ਟਿਵਾਣਾ ਰੇਡੀ ਦੇ ਸਤਿਕਾਰਯੋਗ ਸਰੋਤਿਓ ਲੋ ਇੱਕ ਰਿਪੋਰਟ ਹੈ ਟਰੰਪ ਦੇ ਪੁਰਖਿਆਂ ਦੇ ਬਾਰੇ। ਟਰੰਪ ਕੌਣ ਹੈ, ਕਿੱਥੋਂ ਆਇਆ, ਕੀ ਇਸ ਦਾ ਕੰਮਕਾਜ ਰਿਹਾ, ਕੀ ਇਸ ਦੀ ਫਿਤਰਤ ਹੈ, ਇਹਦੇ ਬਾਰੇ ਤੁਸੀਂ ਬਹੁਤ ਕੁਝ ਨਵਾਂ ਜਾਣੋਗੇ। ਇਹ ਇੱਕ ਬਿਜ਼ਨਸ ਟਾਈਕਨ ਤੋਂ ਪੋਲੀਟੀਸ਼ੀਅਨ ਕਿਵੇਂ ਬਣਿਆ, ਇਸ ਨੇ ਬਿਊਟੀ ਕੰਟੈਸਟ ਖਰੀਦੇ, ਰਿਐਲਿਟੀ ਸ਼ੋਅ 'ਚ ਹਿੱਸਾ ਲਿਆ, ਓਬਾਮਾ ਦੇ ਤਾਨੇ ਸੁਣ ਕੇ ਰਾਸ਼ਟਰਪਤੀ ਬਣਨ ਦੀ ਠਾਣੀ। ਸੋ 30 ਅਪ੍ਰੈਲ 2011 ਦੀ ਘਟਨਾ ਹੈ। ਵਾਈਟ ਹਾਊਸ ਦਾ ਮੌਜੂਦਾ ਰਾਸ਼ਟਰਪਤੀ ਬਰਾਕ ਓਬਾਮਾ, ਉਸ ਵਕਤ ਦਾ ਮੌਜੂਦਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਇੱਕ ਡਿਨਰ ਪਾਰਟੀ ਰੱਖੀ। ਓਬਾਮਾ ਬਾਰ-ਬਾਰ ਪਾਰਟੀ 'ਚ ਮੌਜੂਦ ਇੱਕ ਸ਼ਖਸ ਦਾ ਨਾਂ ਲੈ ਕੇ ਉਸ 'ਤੇ ਤਨਜ਼ਾਂ ਕੱਸ ਰਿਹਾ ਸੀ। ਉਹ ਸ਼ਖਸ ਕੋਈ ਹੋਰ ਨਹੀਂ ਬਲਕਿ ਉਸ ਵਕਤ ਅਮਰੀਕਾ ਦਾ ਸਭ ਤੋਂ ਵੱਡਾ ਬਿਜ਼ਨਸਮੈਨ ਡੋਨਲਡ ਟਰੰਪ ਸੀਗਾ। ਟਰੰਪ ਕੁਝ ਸਮਾਂ ਪਹਿਲਾਂ ਹੀ ਰਿਪਬਲਿਕਨ ਪਾਰਟੀ 'ਚ ਸ਼ਾਮਲ ਹੋਇਆ ਸੀ। ਉਹ ਬਾਰ-ਬਾਰ ਓਬਾਮਾ ਦੀ ਅਮਰੀਕਨ ਪੈਦਾਇਸ਼ 'ਤੇ ਸਵਾਲ ਖੜਾ ਕਰਦਾ ਸੀਗਾ ਅਤੇ ਉਸ ਵਕਤ ਓਬਾਮਾ ਨੇ ਉਸ ਪ੍ਰਾਂਤ ਵਿੱਚ ਦੇਖਿਆ ਅਤੇ ਪਲਟ ਕੇ ਵਾਰ ਕਰਨ ਦੀ ਸੋਚੀ ਅਤੇ ਟਰੰਪ ਨੂੰ ਖੂਬ ਕੋਸਿਆ। ਮੀਡੀਆ ਰਿਪੋਰਟਸ ਦੇ ਮੁਤਾਬਕ ਟਰੰਪ ਇਸ ਅਪਮਾਨ ਨੂੰ ਬਰਦਾਸ਼ਤ ਨਾ ਕਰ ਸਕਿਆ। ਉਹਨਾਂ ਦਿਨਾਂ ਦੇ ਵਿੱਚ ਉਸਨੇ ਠਾਣ ਲਈ ਕਿ ਇੱਕ ਦਿਨ ਉਹ ਅਮਰੀਕਾ ਦਾ ਰਾਸ਼ਟਰਪਤੀ ਜ਼ਰੂਰ ਬਣੇਗਾ ਅਤੇ ਟਰੰਪ ਦੂਸਰੀ ਵਾਰੀ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਜਿੱਤ ਗਿਆ। ਇਸ ਸੰਬੰਧ ਵਿੱਚ ਇਹ ਜਿਹੜਾ ਜਿਵੇਂ ਕਹਿੰਦੇ ਆ ਨਾ ਕਿ ਮਿਹਣਾ ਦੁੱਲਾ ਭੱਟੀ ਨੂੰ ਜਿਹੜਾ ਮਿਹਣਾ ਸੀ ਉਸ ਨੂੰ ਹੀਰੋ ਬਣਾ ਦਿੰਦਾ। ਮਿਹਣਾ ਕਈ ਵਾਰੀ ਤੁਹਾਡੇ ਲਈ ਬਹੁਤ ਮੈਡੀਸਨ ਦਾ ਵੀ ਕੰਮ ਕਰਦਾ, ਤੁਹਾਡੀ ਜੁਰਤ ਨੂੰ ਪੈਦਾ ਕਰਦਾ। ਇਸ ਸੰਬੰਧੀ ਟਰੰਪ ਦਾ ਦਾਦਾ ਫੈਡਰਿਕ ਜਰਮਨੀ ਦਾ ਰਹਿਣ ਵਾਲਾ ਸੀ। ਜਦੋਂ ਫੈਡਰਿਕ ਇਹਦਾ ਦਾਦਾ 8 ਸਾਲ ਦਾ ਸੀ ਤਾਂ ਉਸਦੇ ਪਿਤਾ ਦੀ ਮੌਤ ਹੋ ਚੁੱਕੀ ਸੀ। ਫੈਡਰਿਕ ਬਹੁਤ ਛੋਟੀ ਉਮਰ ਦਾ ਸੀ, ਉਹ ਬੇਹੱਦ ਕਮਜ਼ੋਰ ਸੀ। ਕਮਜ਼ੋਰ ਹੋਣ ਕਰਕੇ ਉਹ ਖੇਤੀ ਆਦਿ ਨਹੀਂ ਸੀ ਕਰ ਸਕਦਾ ਅਤੇ ਜਿਸ ਸਿਲਸਿਲੇ ਵਿੱਚ ਉਸ ਦਾ ਜਿਹੜਾ ਉੱਥੇ ਇਹ ਤਸਵੀਰ ਜਿਹੜੀ ਇਸ ਵਕਤ ਮੈਂ ਸਕਰੀਨ 'ਤੇ ਦਿਖਾ ਰਿਹਾ, ਇਹ ਟਰੰਪ ਦੀ ਉਸ ਦੀ ਹੈ ਜਦੋਂ ਉਹ ਇੱਕ ਜੇ ਕਹਿ ਲਈਏ ਕਿ ਰੀਅਲ ਸਟੇਟ ਦਾ ਕਾਰੋਬਾਰੀ ਹੈ। ਇਸ ਦੀ ਜਿਹੜੀ ਫੈਮਿਲੀ ਹੈ ਉਸ 'ਤੇ ਵੀ ਬੜੇ ਕਿੱਸੇ ਨੇ, ਹੋਰ ਬਹੁਤ ਕੁਛ ਹੈ ਇਸ ਦੀ ਜ਼ਿੰਦਗੀ ਦੇ ਵਿੱਚ। ਅਤੇ ਜਿਸ ਦੌਰਾਨ ਟਰੰਪ ਦੀ ਜ਼ਿੰਦਗੀ ਦੇ ਇਹਨਾਂ ਕਿੱਸਿਆਂ ਦਾ ਜ਼ਿਕਰ ਕਰਨਾ ਕਿਉਂਕਿ ਜਰਮਨੀ ਦੇ ਵਿੱਚ ਉਦੋਂ ਇੱਕ ਸ਼ਰਤ ਸੀ ਕਿ ਹਰ ਜਰਮਨ ਨੂੰ ਫੌਜ 'ਚ ਭਰਤੀ ਹੋਣਾ ਲਾਜ਼ਮ ਹੈ। ਇਸ ਸ਼ਰਤ ਤੋਂ ਕਿਉਂਕਿ ਉਹ ਫਿਜ਼ੀਕਲੀ ਫਿੱਟ ਨਹੀਂ ਸੀ, ਉਹ ਫੌਜ ਦੇ ਕਾਬਲ ਨਹੀਂ ਸੀ ਜਾਂ ਫੌਜ ਦੇ ਵਿੱਚ ਜਾਣਾ ਨਹੀਂ ਸੀ ਚਾਹੁੰਦਾ। ਇਹਦਾ ਦਾਦਾ ਡੋਨਲਡ ਟਰੰਪ ਦਾ ਦਾਦਾ ਫਰੈਡਰਿਕ ਟਰੰਪ, ਸੋ ਉਸ ਮਾਮਲੇ 'ਚ ਉਹ ਜਰਮਨ ਤੋਂ ਨਿਕਲਿਆ ਕਿਉਂਕਿ ਬਚਪਨ 'ਚ ਕਮਜ਼ੋਰ ਸੀ, ਖੇਤੀ ਉਹ ਕਰ ਨਹੀਂ ਸੀ ਪਾਉਂਦਾ। ਇਸ ਦੇ ਚੱਲਦਿਆਂ ਉਸ ਦੀ ਮਾਂ ਨੇ ਉਸਨੂੰ ਵਾਲ ਕੱਟਣ ਦੀ ਟ੍ਰੇਨਿੰਗ ਦਿੱਤੀ, ਜਾਣੀ ਕਿ ਉਹ ਇੱਕ ਬਾਰਬਰ ਬਣਿਆ। ਇਸ ਬਾਰੇ ਜਿਹੜੀ ਕਿਤਾਬ ਦੀ ਲੇਖਿਕਾ ਗੋਵਿੰਡਾ ਬਲੇਅਰ ਲਿਖਦੀ ਆਪਣੀ ਕਿਤਾਬ ਦਾ ਟਰੰਪ 3 ਜਨਰੇਸ਼ਨ ਦੈਟ ਬਿਲਟ ਐਨ ਅੰਪਾਇਰ, ਉਸ ਦੇ ਵਿੱਚ ਉਸਨੇ ਲਿਖਿਆ ਕਿ ਫਰੈਡਰਿਕ ਕਾਫੀ ਮਿਹਨਤੀ ਸੀ। ਉਹ 7 ਦਿਨ ਕੰਮ ਕਰਦਾ ਸੀ। 16 ਸਾਲ ਦੀ ਉਮਰ ਦੇ ਵਿੱਚ ਟਰੰਪ ਦੇ ਦਾਦਾ ਫਰੈਡਰਿਕ ਨੂੰ ਜਰਮਨ ਤੋਂ ਅਮਰੀਕਾ ਭੱਜਣਾ ਪਿਆ। ਉਨੀ ਦਿਨੀ ਜਰਮਨ ਦੇ ਵਿੱਚ ਇਹ ਕਾਨੂੰਨ ਸੀ ਕਿ ਹਰ ਸ਼ਖਸ ਜੋ 16 ਸਾਲ ਦਾ ਹੋ ਜਾਂਦਾ ਹੈ ਉਸ ਨੂੰ 3 ਸਾਲ ਦੇ ਲਈ ਫੌਜ ਵਿੱਚ ਭਰਤੀ ਹੋਣਾ ਪਏਗਾ। ਫਰੈਡਰਿਕ ਇਸ ਫੌਜ ਦੇ ਵਿੱਚ ਭਰਤੀ ਹੋਣ ਦੇ ਡਰ ਤੋਂ ਆਪਣਾ ਦੇਸ਼ ਛੱਡ ਗਿਆ ਸੀ। ਜਾਣੀ ਕਿ ਇਹ ਲੋਕ ਆਪਣੇ ਜਰਮਨ ਜਿਹੜੇ ਲੋਕ ਨੇ ਆਪਣੇ ਦੇਸ਼ ਨੂੰ ਬਹੁਤ ਮੁਹੱਬਤ ਕਰਦੇ ਨੇ, ਪਰ ਸਿਰਫ ਇਹ ਇੱਕ ਕਮਜ਼ੋਰ ਮਨ ਅਤੇ ਕਮਜ਼ੋਰ ਸਰੀਰ ਦਾ ਹੋਣ ਕਰਕੇ ਆਪਣਾ ਮੁਲਕ ਫੌਜ ਵਿੱਚ ਭਰਤੀ ਹੋਣ ਦੇ ਡਰੋਂ ਛੱਡ ਗਿਆ ਅਤੇ 10 ਦਿਨ ਦਾ ਸਫ਼ਰ ਤੈਅ ਕਰਕੇ ਇਹ ਅਕਤੂਬਰ 1985 ਦੇ ਵਿੱਚ ਨਿਊਯਾਰਕ ਪਹੁੰਚਿਆ। ਹਾਲਾਂਕਿ ਬੜਾ ਸਮਾਰਟ ਸੀ ਇਸ ਦਾ ਦਾਦਾ, ਪਤਲਾ ਜਿਹਾ ਸੀ, ਮਲੂਕ ਜਿਹਾ ਸੀ। ਅਮਰੀਕਾ ਆ ਕੇ ਫਰੈਡਰਿਕ ਨੇ ਪੇਸ਼ੇ ਵਜੋਂ ਨਾਈ ਦਾ ਕੰਮ ਸ਼ੁਰੂ ਕੀਤਾ। ਕਟਿੰਗ ਦਾ ਮਾफ़ ਕਰਨਾ, ਇਹ ਮੈਨੂੰ ਦੱਸਣਾ ਪੈ ਰਿਹਾ, ਬਾਰਬਰ ਦਾ ਕੰਮ ਸ਼ੁਰੂ ਕਰਨਾ ਪਿਆ ਕਿਉਂਕਿ ਇਸ ਕਿਤਾਬ 'ਚ ਇਹੀ ਲਿਖਿਆ। ਕੁਝ ਉਸਨੇ ਪੈਸੇ ਇਕੱਠੇ ਕਰ ਲੈਣ ਤੋਂ ਬਾਅਦ ਅਲਾਸਕਾ ਦੇ ਵਿੱਚ ਉਸਨੇ ਖਨਨ ਦੇ ਬਿਜ਼ਨਸ ਦੇ ਵਿੱਚ ਹੱਥ ਅਜਮਾਇਆ, ਕੁਆਰੀ ਦੇ ਵਿੱਚ, ਖਾਣਾ ਦੇ ਕੰਮ ਦੇ ਵਿੱਚ। ਉਹ ਬਿਜ਼ਨਸ ਉਸਦਾ ਚੱਲ ਨਿਕਲਿਆ ਜਿਸ ਦੇ ਵਿੱਚ ਉਸਨੇ ਖਜ਼ਾਨਾ 'ਚੋਂ ਖੂਬ ਸੋਨਾ ਕੱਢਿਆ। ਫੈਡਰਿਕ ਕੁਝ ਸਾਲਾਂ ਦੇ ਵਿੱਚ ਅਮੀਰ ਹੋ ਗਿਆ। ਕੁਝ ਸਾਲ ਬਾਅਦ ਫੈਡਰਿਕ ਜਦੋਂ ਜਰਮਨੀ ਆਇਆ ਅਤੇ ਸਾਲ 1902 ਦੇ ਵਿੱਚ ਐਲਿਜ਼ਬੈਥ ਕ੍ਰਾਈਸਟ ਨਾਂ ਦੀ ਲੜਕੀ ਨਾਲ ਇਸ ਦੇ ਦਾਦੇ ਨੇ ਵਿਆਹ ਕਰਾਇਆ। ਉਸ ਤੋਂ ਬਾਅਦ ਉਹ ਅਮਰੀਕਾ ਵਾਪਸ ਆਇਆ, ਲੇਕਿਨ ਉਸਦੀ ਪਤਨੀ ਐਲਿਜ਼ਬੈਥ ਕ੍ਰਾਈਸਟ ਨੂੰ ਅਮਰੀਕਾ ਦੀ ਸਰਦੀ ਰਾਸ ਨਾ ਆਈ, ਉਹ ਬਿਮਾਰ ਰਹਿਣ ਲੱਗੀ। ਪਤਨੀ ਦੀ ਬਿਮਾਰੀ ਦੀ ਹਾਲਤ ਦੇ ਮੱਦੇਨਜ਼ਰ ਟਰੰਪ ਦਾ ਦਾਦਾ ਫਰੈਡਰਿਕ 1904 ਦੇ ਵਿੱਚ ਫਿਰ ਜਰਮਨੀ ਆ ਗਿਆ। ਇੱਥੇ ਆ ਕੇ ਉਸਨੇ ਜਰਮਨ ਸੈਨਾ ਦੇ ਅਧਿਕਾਰੀਆਂ ਦੇ ਨਾਲ ਜਦੋਂ ਉਸ ਨੂੰ ਪਤਾ ਲੱਗਿਆ ਅਤੇ ਜਰਮਨ ਸੈਨਾ ਨੂੰ ਉਸ ਦਾ ਇਹ ਸਿਲਸਿਲਾ ਪਸੰਦ ਨਾ ਆਇਆ ਕਿਉਂਕਿ ਫੈਡਰਿਕ ਭਰਤੀ ਹੋਣ ਤੋਂ ਡਰਦਾ ਫੌਜ 'ਚੋਂ ਭੱਜਿਆ ਸੀ। ਫੈਡਰਿਕ ਦੇ ਦੇਸ਼ ਛੱਡਣ ਦਾ ਉਸਨੂੰ ਆਦੇਸ਼ ਦਿੱਤਾ ਗਿਆ ਕਿ ਤੂੰ ਲੋੜ ਵੇਲੇ ਦੇਸ਼ 'ਤੇ ਕੰਮ ਨਹੀਂ ਆਇਆ, ਇਸ ਕਰਕੇ ਤੂੰ ਇੱਥੋਂ ਜਾ। ਕੁਝ ਰਿਪੋਰਟਸ ਦੇ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਕਿ ਫਰੈਡਰਿਕ ਨੇ ਜਰਮਨੀ ਦੇ ਵਿੱਚ ਸਟੈਂਪ ਘੁਟਾਲਾ ਕੀਤਾ, ਜਿਸ ਤੋਂ ਨਾਰਾਜ਼ ਹੋ ਕੇ ਬਵੇਰੀਆ ਦੇ ਰਾਜੇ ਨੇ ਉਸ ਨੂੰ ਦੇਸ਼ ਛੱਡਣ ਦਾ, ਜਰਮਨ ਛੱਡਣ ਦਾ ਹੁਕਮ ਵੀ ਸੁਣਾਇਆ। ਜਾਣੀ ਬਿਜ਼ਨਸਮੈਨ ਸੀ। ਫਰੈਡਰਿਕ ਆਪਣੀ ਗਰਭਵਤੀ ਪਤਨੀ ਅਤੇ ਛੋਟੀ ਬੇਟੀ ਨੂੰ ਲੈ ਕੇ ਫਿਰ ਨਿਊਯਾਰਕ ਵਾਪਸ ਚਲਾ ਗਿਆ, ਜਾਣੀ ਟਰੰਪ ਦੀ ਭੂਆ ਨੂੰ। ਅਤੇ ਕੁਝ ਮਹੀਨੇ ਬਾਅਦ ਐਲਿਜ਼ਬੈਥ ਨੇ ਡੋਨਲਡ ਟਰੰਪ ਦੇ
पिता फ्रैड ट्रंप नूं जन्म दिता, जानी फिर फ्रैड ट्रंप का अमेरिका 'च जन्म होया इसके पिता का। फ्रैडरिक ट्रंप 3 बच्चों नूं लैके डोनाल्ड ट्रंप के पिता फ्रैड ट्रंप जिहड़े विचकारले सी, इन्हां दा जन्म 11 अक्तूबर 1905 नूं न्यूयॉर्क दे विच हुंदा ते इसके पिता जर्मनी दे विच होण दे बावजूद फ्रैड पूरी तरह अमेरिकन सी, क्योंकि जर्मन भाषा बिल्कुल नहीं सी जानदा। तो अमेरिका दे विच ट्रंप के परिवार की प्रतिष्ठा बनने दे विच इन्हां ने बहुत मेहनत की। ट्रंप के पिता फ्रैड ने बचपन दे विचों ही मेहनत की लगन रखी। इस तो बाद वो स्कूल दे विच दिन रात कंस्ट्रक्शन के काम दे नाल, प्लंबरिंग दे नाल, कारपेंटरी दे नाल जुड़िया रहा तो इलैक्ट्रिक वायरिंग का काम भी इसका प्यो सीखता रहा। साल 1918 दे विच 15 साल का जदों सी तां उसके पिता फ्रैडरिक की मौत हो गई, जानी उसके पिता फ्रैडरिक की मौत हो गई जदों इसका पिता दी दादे की मौत हो गई जदों इसदा प्यो 15 साल का सी। ते घर ते परिवार की जिम्मेवारी डोनाल्ड ट्रंप के पिता फ्रैडरिक ट्रंप ते आ गई। 1927 दे विच फ्रैडरिक ने अपनी माँ के नाँ ते एक रील स्टेट कंपनी एलिजाबैथ ट्रंप एंड सन शुरू की, क्योंकि दी दादी का नाम एलिजाबैथ क्रिश्चियन सीगा। एलिजाबैथ ट्रंप एंड सन नाँ की कंपनी 1927 च इन्हें शुरू की, ट्रंप के डोनाल्ड ट्रंप के पिता ने। फ्रैड ट्रंप ने घर बनाने के काम के वड्डे पैमाने पर पैसा इन्वेस्ट किया तो खूब पैसा कमाया तो कुछ ही समय के न्यूयॉर्क के सफल कारोबारियों के शामिल हो गया, क्योंकि 15 साल के ने अपना कारोबार संभालिया पिता की मौत तो बाद। खास तौर पर सैकेंड वर्ल्ड वार के दौरान, दूसरे विश्व युद्ध के दौरान जिस तरह सरकारी योजनावां आईयां उन्हों का फायदा उठाते इन्हें बड़े घर बनाए, बड़ा पैसा कमाया। वो ब्रुकलिन ते क्वीन वर्गे इलाकों के सस्ते घर बना के लोगों को किराए पर देंदे रहन लग्या तो उसके प्रोजैक्ट वड्डे हुंदे सी जिन्हां 'च अच्छा मुनाफा हुंदा सी। साल 1930 दीयां गल्लां ने कि ट्रंप के पिता फ्रैडरिक ट्रंप एक पार्टी 'च गए, उत्थे उसने मैरी एंड मैकन्यूड नां दी एक स्टॉकिश महिला दे नाल मुलाकात की। बायोग्राफी ट्रंप रिवीड दे विच माइकल कैनिंग ते मार्क फिशर दसदे ने कि उस रात जदों फ्रैड अपने घर आया तो उसने ऐलान किया कि उस स्टॉकिश महिला उसनूं लभ लई जिस नाल उस शादी करेगा। 1980 दे विच जानी ट्रंप की माँ की तो इसके प्यो की शादी हुई एनी मैकनोड जिहड़ी कि स्कॉटलैंड की सी, स्टॉकिश लेडी सी। हुण ये कहंदा मैं प्रवासी नहीं रखने उरे, प्यो तेरा कितों दा, माँ तेरी कितों दी ते तूं कितों दा, तूं अमेरिका का प्यो बनया होया। हुण ते इंडिया वालियां दा भी कई मैं जिक्र ना करा, उन्हां दा प्यो बनया होया। फ्रैडरिक का कारोबार लगातार वधदा गया, लेकिन उसके नाल विवाद जुड़ते गए जिहड़े कहंदे मोदी का यार है। मोदी का दसो की लगता है। तो इस दौरान 1970 के दहाके दे विच उसते दोष लगे कि उसने वो जिहड़े गैर चिट्टे लोग सीगे उन्हां नूं घर नहीं सी दिंदा, ते इस करके उसते मुकदमा भी चलिया इसके प्यो ते कि ये पक्षपात करदा है। तो जिस दौरान अमेरिका दे विच इस अमीर खानदान दे विच डोनाल्ड ट्रंप पैदा हुंदा 14 जून 1946 नूं, अपने मूँह दे विच चांदी का चमच लैके। अमीर परिवार दे विच जन्म होने के चलदे डोनाल्ड ट्रंप के बारे कहा जाता है कि वह चांदी के चमचे नाल पैदा होया। फ्रैडरिक दे 5 बच्चे सी, जिन्हां दे विच डोनाल्ड ट्रंप चौथा बच्चा सी। ट्रंप तो वड्डे उसके भाई फ्रैड जूनीयर ते उसदियां 2 भैणां सी। इस तो इलावा एक भाई रॉबर्ट ट्रंप उस तो छोटे सी। फ्रैड एक सख्त ते अनुशासन पसंद पिता सी, वो चाहुंदा सी कि उसके बच्चे भी मेहनती बन ते वड्डे सुपने वेखण। सो उसने अपने वड्डे बेटे डोनाल्ड नूं खास लगात दे विच भी उसका सी। न्यूयॉर्क टाइम अखबार की रिपोर्ट के मुताबिक डोनाल्ड ट्रंप जदों 3 साल का सी तां उसने अपने पिता के बिजनेस के विच सालाना $2 लाख कमाना शुरू कर दिता, तो जदों ट्रंप 8 साल का सी तां वो करोड़पति बन चुकिया सी। सो इस सिलसिले विच जिवें कहा जाता ना, होनहार बिरवान दे होण चिकने पात। आ तुसीं देखो स्क्रीन ते उसके बचपन की तस्वीर है जदों वो 4 साल का सी। तो फिर इसनूं जिहड़ा औरतां नूं पसंद करन वाला भी दस्सिया गया कि औरतां दा ये समय समय रसिया भी रहा, तो औरतां दे नाल इसते बड़े खास किस्से ने। तो इस सिलसिले विच बिजनेसमैन सी, अजाशियां सी, इसकी जिंदगी दे विच इस तरह के भी बहुत सारे पक्ष जुड़े हुए ने। पर ये चीज़ां कि जिवें कहंदे आ ना कि वो एक मुहावरा है, आ तुसीं उन्हां दे बचपन की तस्वीर वेख रहे हो ट्रंप दे कि ऊठ दा पद्या हवा च रह जांदा है। जानी कि जिहड़े वड्डे लोग ने उन्हां वड्डे लोकां दे ऐब हवा च रह जांदे ने। ये हिंदी का मुहावरा वैसे कि ऊठ दा पद्या हवा च रह जांदा, क्योंकि उच्चा जानवर है, उहदी गैस पास जदों करदा उहदी मुश्क नहीं हेठ आउंदी, इस करके अमीरां दे ऐब ढके जांदे ने।
ਤੇ ਗਰੀਬ ਦੀ ਕੋਤਾਹੀ ਵੱਡਾ ਜ਼ੁਰਮ ਬਣ ਜਾਂਦੀ ਹੈ। ਇਸ ਸੰਬੰਧੀ ਜਿਹੜਾ ਫਿਰ ਜਦੋਂ ਟਰੰਪ 7 ਸਾਲ ਦਾ ਸੀ, ਇਹ ਪੜ੍ਹਾਈ ਕਰਨ ਲਈ ਨਿਊਯਾਰਕ ਸ਼ਹਿਰ ਦੇ ਵਿੱਚ ਆਉਂਦਾ ਹੈ। ਸਕੂਲ ਦੇ ਦਿਨਾਂ ਦੇ ਦੌਰਾਨ ਇਸ ਦਾ ਰਵੱਈਆ ਬੜਾ ਹਿੰਸਕ ਰਿਹਾ, ਅਮੀਰਾਨਾ ਰਿਹਾ। ਸਕੂਲ ਦੇ ਵਿੱਚ ਇਹ ਪੜ੍ਹਨ ਵਾਲੇ ਆਪਣੇ ਬੱਚਿਆਂ ਨੂੰ ਵੀ ਕੁੱਟਦਾ ਸੀ, ਨਾਲ ਦਿਆਂ ਨੂੰ, ਜਿਸ ਦੌਰਾਨ ਅਕਸਰ ਟਰੰਪ ਦੇ ਪਿਤਾ ਕੋਲ ਉਸਦੇ ਸਕੂਲ ਦੇ ਵਿੱਚ ਬੱਚਿਆਂ ਨਾਲ ਕੁੱਟਮਾਰ ਕਰਨ ਦੀਆਂ, ਲੜਨ ਦੀਆਂ ਸ਼ਿਕਾਇਤਾਂ ਆਉਂਦੀਆਂ ਸੀ। ਵਿਗੜਿਆ ਹੋਇਆ ਅਮੀਰਜ਼ਾਦਾ ਸੀ। ਟਰੰਪ ਨੇ ਆਪਣੇ ਘਰ ਦੇ ਵਿੱਚ ਹੀ ਆਪਣੇ ਭਰਾ ਨੂੰ ਵੀ ਬੁਲੀ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਵਜ੍ਹਾ ਕਰਕੇ ਉਸਦੇ ਪਿਤਾ ਨੇ ਉਸਦੀ ਐਡਮਿਸ਼ਨ ਨਿਊਯਾਰਕ ਮਿਲਟਰੀ ਸਕੂਲ ਦੇ ਵਿੱਚ ਕਰਾ ਦਿੱਤੀ। ਟਰੰਪ 13 ਸਾਲ ਦੇ ਉਮਰ ਦੇ ਵਿੱਚ ਹੀ ਮਿਲਟਰੀ ਸਕੂਲ ਦੇ ਵਿੱਚ ਇਸ ਨੂੰ ਜਾਣਾ ਪਿਆ। ਟਰੰਪ 'ਤੇ ਕਿਤਾਬ ਲਿਖ ਚੁੱਕੇ ਟਿਮੋਥੀ ਓਬਰਾਇਨ ਕਹਿੰਦੇ ਨੇ ਕਿ ਟਰੰਪ ਨੇ ਆਪਣੇ ਮਿਲਟਰੀ ਸਕੂਲ ਦੇ ਬਾਰੇ ਵੀ ਉਹ ਗੱਲ ਕਰਨਾ ਪਸੰਦ ਨਹੀਂ ਕਰਦਾ। ਟਰੰਪ ਕਹਿੰਦੇ ਨੇ ਕਿ ਟਰੰਪ ਦੱਸਦੇ ਆ ਕਿ ਜਦੋਂ ਮਿਲਟਰੀ ਸਕੂਲ ਪਹੁੰਚਿਆ ਤਾਂ ਲਾਈਨ ਤੋਂ ਬਾਹਰ ਕੱਢਣ ਦੇ ਲਈ ਕਿਸੇ ਨੇ ਉਸ ਨੂੰ ਥੱਪੜ ਮਾਰ ਦਿੱਤਾ। ਉਸਨੇ ਲਾਈਨ ਤੋਂ ਬਾਹਰ ਨਿਕਲਣ 'ਤੇ ਕਿਸੇ ਨੇ ਉਸ ਨੂੰ ਥੱਪੜ ਮਾਰ ਦਿੱਤਾ ਸੀਗਾ। ਟਰੰਪ ਦੇ ਬਾਇਓਗ੍ਰਾਫਰ ਜੀਵਨੀਕਾਰ ਮਾਰਕ ਫਿਸ਼ਰ ਦੇ ਮੁਤਾਬਕ ਡੋਨਾਲਡ ਟਰੰਪ ਮਿਲਟਰੀ ਸਕੂਲ ਦੇ ਵਿੱਚ ਆਪਣੇ ਨਾਲ ਪੜ੍ਹਨ ਵਾਲੇ ਬੱਚਿਆਂ ਦੀ ਕੁੱਟਮਾਰ ਕਰਦੇ ਸੀ ਅਤੇ ਉਹਨਾਂ 'ਤੇ ਚੀਖਦਾ ਚਲਾਉਂਦਾ ਸੀ। ਪਿਤਾ ਤੋਂ ਮਿਲੀ ਪਰਵਰਿਸ਼ ਨੇ ਟਰੰਪ ਨੂੰ ਸੁਭਾਵਿਕ ਤੌਰ 'ਤੇ ਬੜਾ ਅਜੀਬ ਬਣਾਇਆ ਹੋਇਆ ਸੀ। ਮਿਲਟਰੀ ਸਕੂਲ ਦੇ ਵਿੱਚ ਉਸਦਾ ਉਹੀ ਰਵੱਈਆ ਸੀ, ਅਮੀਰਾਨਾ। ਸੋ ਜਿਸ ਕਰਕੇ ਉਹ ਅਜਿਹੀਆਂ ਸਥਿਤੀਆਂ ਦੇ ਵਿੱਚ ਹਮੇਸ਼ਾ ਹਿੰਸਕ ਹੁੰਦਾ ਸੀ। ਟਰੰਪ ਦੇ ਉੱਤੇ ਕਿਤਾਬ ਲਿਖਣ ਵਾਲੀ ਗਵੰਡਾ ਬਲੇਅਰ ਕਹਿੰਦੀ ਹੈ ਕਿ ਟਰੰਪ ਮਿਲਟਰੀ ਸਕੂਲ ਦੇ ਵਿੱਚ ਉਹ ਸਭ ਕਰਨਾ ਪਸੰਦ ਕਰਦਾ ਸੀ ਜੋ ਉਸ ਦਾ ਮਨ ਕਰਦਾ ਸੀ। ਹਾਲਾਂਕਿ ਇਸ ਵਜ੍ਹਾ ਕਰਕੇ ਉਸ ਦੇ ਨਾਲ ਪੜ੍ਹਨ ਵਾਲੇ ਵਿਦਿਆਰਥੀ ਵੀ ਉਸ ਨੂੰ ਪਸੰਦ ਨਹੀਂ ਸੀ ਕਰਦੇ। ਟਰੰਪ ਮਿਲਟਰੀ ਸਕੂਲ ਦੇ ਵਿੱਚ ਆਪਣੇ ਅੰਦਰ ਲੀਡਰਸ਼ਿਪ ਦੇ ਗੁਣ ਨੂੰ ਲੈ ਕੇ ਕੁਝ ਪਾਸ ਆਊਟ ਹੋਇਆ। 1964 ਦੇ ਵਿੱਚ ਮਿਲਟਰੀ ਸਕੂਲ ਦੇ ਵਿੱਚ ਪਾਸ ਆਊਟ ਹੋਣ ਤੋਂ ਬਾਅਦ ਉਹ 2 ਸਾਲ ਤੱਕ ਫੋਰਡਹੈਮ ਯੂਨੀਵਰਸਿਟੀ ਦੇ ਵਿੱਚ ਵੀ ਪੜ੍ਹਿਆ। ਇਸ ਤੋਂ ਬਾਅਦ ਉਸਨੇ ਪੈਂਸਿਲਵੇਨੀਆ ਯੂਨੀਵਰਸਿਟੀ ਦੇ ਵਿੱਚ ਟਰਾਂਸਫਰ ਕਰਾ ਲਿਆ। ਉਸ ਤੋਂ ਬਾਅਦ ਉਹ ਰੀਅਲ estate ਪ੍ਰੋਗਰਾਮ ਦੇ ਵਿੱਚ ਉਸਨੇ ਸਿੱਖਿਆ ਹਾਸਲ ਕੀਤੀ। ਉਸ ਤੋਂ ਬਾਅਦ ਟਰੰਪ 1968 ਦੇ ਵਿੱਚ ਇਕਨੋਮਿਕਸ ਸਾਇੰਸ ਦੀ ਡਿਗਰੀ ਲੈਂਦਾ। ਟਰੰਪ ਆਪਣੇ ਵੱਡੇ ਭਰਾ ਫੈਡ ਦੇ ਨਾਲ ਅੱਖਰ ਲਗਾ ਰੱਖਦਾ। ਫੈਡ ਦੀ ਮੌਤ 23 ਸਾਲ ਦੀ ਉਮਰ ਦੇ ਵਿੱਚ ਜ਼ਿਆਦਾ ਸ਼ਰਾਬ ਪੀਣ ਕਾਰਨ ਹੋ ਗਈ ਸੀ। ਉਸ ਤੋਂ ਬਾਅਦ ਟਰੰਪ ਨੇ ਜ਼ਿੰਦਗੀ ਭਰ ਲਈ ਸ਼ਰਾਬ ਤੇ ਸਿਗਰਟ ਛੱਡਣ ਦਾ ਫੈਸਲਾ ਕਰ ਲਿਆ ਸੀ ਭਰਾ ਦੀ ਮੌਤ ਤੋਂ ਬਾਅਦ। ਹਾਲਾਂਕਿ 1960 ਦੇ ਅੰਤ ਦੇ ਵਿੱਚ ਅਮਰੀਕਾ ਵੀਅਤਨਾਮ ਦਾ ਜਦੋਂ ਯੁੱਧ ਚੱਲਦਾ, ਇਸ ਦੌਰਾਨ ਅਮਰੀਕਾ ਦੇ ਹਰ ਨੌਜਵਾਨ ਨੂੰ ਅਮਰੀਕਨ ਸੈਨਾ ਦੀ ਸਿੱਖਿਆ ਦੇਣੀ ਜ਼ਰੂਰੀ ਸੀ। ਲੇਕਿਨ ਟਰੰਪ ਇਸ ਸਿੱਖਿਆ ਤੋਂ ਵੀ ਬਚਦੇ ਰਹੇ। ਮਿਲਟਰੀ ਸਕੂਲ ਦੇ ਵਿੱਚ ਪੜ੍ਹੇ ਹੋਣ ਦੇ ਬਾਵਜੂਦ ਵੀ, ਜਿਸ ਤਰ੍ਹਾਂ ਉਸ ਦਾ ਦਾਦਾ ਮਿਲਟਰੀ ਦੇ ਵਿੱਚ ਜਰਮਨ ਦੇ ਵਿੱਚ 3 ਸਾਲ ਦੀ ਸ਼ਰਤ ਦੇ ਮੁਤਾਬਕ ਭਰਤੀ ਹੋਣ ਤੋਂ ਭੱਜਿਆ, ਉਸੇ ਤਰ੍ਹਾਂ 1960 ਦੇ ਵਿੱਚ ਵੀਅਤਨਾਮ ਦੀ ਜੰਗ ਦੇ ਵਿੱਚ ਜਦੋਂ ਦੇਸ਼ ਲਈ ਕੁਛ ਕਰਨ ਦਾ ਵਕਤ ਸੀ, ਹਰ ਅਮਰੀਕਨ ਨੌਜਵਾਨ ਨੂੰ ਡਿਫੈਂਸ ਦੀ, ਮਿਲਟਰੀ ਦੀ ਸਿੱਖਿਆ ਜ਼ਰੂਰੀ ਸੀ, ਤਾਂ ਉਦੋਂ ਵੀ ਟਰੰਪ ਇਸ ਤੋਂ ਬਚਦਾ ਰਿਹਾ। ਪੈਰ ਦੀ ਬਿਮਾਰੀ ਤੇ ਮੈਡੀਕਲ ਪੜ੍ਹਾਈ ਦਾ ਬਹਾਨਾ ਬਣਾ ਕੇ ਉਸਨੇ 5 ਵਾਰ ਅਮਰੀਕਨ ਮਿਲਟਰੀ ਦੇ ਵਿੱਚ ਹਿੱਸਾ ਲੈਣ ਤੋਂ ਮਨ੍ਹਾ ਕਰ ਦਿੱਤਾ। ਇਸ ਤਰ੍ਹਾਂ ਦੇ ਲੋਕ ਕੀ ਦੇਸ਼ ਲਈ ਕੁਛ ਕਰ ਸਕਦੇ ਨੇ? ਬਸ ਇੱਕ ਬਿਜ਼ਨਸਮੈਨ ਹੈ, ਬਾਣੀਆ, ਜਿਸ ਤਰ੍ਹਾਂ ਬਾਈ ਜੀ ਅੰਕੁਸ਼ ਨੇ ਆਖਿਆ। ਜਿਹੜਾ ਬੰਦਾ ਆਪਣੀ ਦੇਸ਼, ਆਪਣੀ ਭੂਮੀ ਦਾ ਨਹੀਂ ਹੋਇਆ, ਉਹ ਅਮਰੀਕਾ ਦੀ ਭੂਮੀ ਦਾ ਕੀ ਹੋ ਜਾਏਗਾ? ਇਹਦਾ ਦਾਦਾ ਇਸੇ ਮਿਲਟਰੀ 'ਚ ਦੇਸ਼ ਲਈ ਜਾਨ ਵਾਰਨ ਦੇ ਨਾਂ ਤੋਂ ਭੱਜਿਆ। ਮਿਲਟਰੀ ਸਕੂਲ ਦੇ ਵਿੱਚ ਪੜ੍ਹਨ ਦੇ ਬਾਵਜੂਦ ਇਹ 5 ਵਾਰ ਅਮਰੀਕਨ ਮਿਲਟਰੀ ਦੇ ਵਿੱਚ ਸ਼ਾਮਲ ਹੋਣ ਤੋਂ ਬਚਦਾ ਰਿਹਾ, ਕਦੇ ਪੈਰ ਦੀ, ਕਦੇ ਮੈਡੀਕਲ ਪੜ੍ਹਾਈ ਦਾ ਬਹਾਨਾ ਲਾ ਕੇ। ਵੀਅਤਨਾਮ ਦੀ ਜੰਗ ਖਤਮ ਹੋਣ 'ਤੇ ਅਮਰੀਕਾ ਨੇ ਜਿਹੜਾ ਉਹ ਹਰ ਇੱਕ ਦੇ ਜ਼ਰੂਰੀ ਸੈਨਾ ਦੇ ਵਿੱਚ ਸੇਵਾ ਕਰਨ ਦੀ ਜਦੋਂ ਸਿੱਖਿਆ ਖਤਮ ਕਰ ਦਿੱਤੀ ਅਤੇ ਇਸ ਨੂੰ ਸੁੱਖ ਦਾ ਸਾਹ ਆਇਆ। ਹਾਲਾਂਕਿ ਟਰੰਪ ਦੇ ਦੋਸਤ ਉਸ ਨੂੰ ਲੇਡੀਜ਼ ਮੈਨ ਵੀ ਕਹਿੰਦੇ ਸੀ। ਉਹ ਹੁਣ ਤੁਸੀਂ ਵੇਖਿਆ ਹੀ ਆ, ਟਰੰਪ ਆਪਣੀ ਉਹ ਸੈਕੰਡ ਪਤਨੀ ਦਾ ਕਿਵੇਂ ਹੱਥ ਫੜਦਾ, ਉਹ ਚਲਾ ਕੇ ਮਾਰਦੀ ਹੈ। ਸੋ ਇਸ ਸਿਲਸਿਲੇ ਵਿੱਚ ਉਸਦੀ ਪਰਸਨਲ ਲਾਈਫ, ਖਾਸ ਕਰਕੇ ਟਰੰਪ ਦੀ ਪ੍ਰੇਮਿਕਾ ਅਤੇ ਉਸਦੀ ਪਤਨੀ ਨੇ ਉਸ ਨੂੰ ਪੁੱਛਿਆ ਸੀ ਇਸ ਤਰ੍ਹਾਂ ਦੀ ਗੱਲਾਂ। ਅਤੇ ਇਸ ਸਿਲਸਿਲੇ ਵਿੱਚ ਵੈਨਿਟੀ ਫੇਅਰ ਮੈਗਜ਼ੀਨ ਦੇ ਮੁਤਾਬਕ 2 ਜਗ੍ਹਾ 'ਤੇ ਜਿੱਥੇ ਮਾਡਲਿੰਗ ਡੇਟਸ ਦੇ ਲਈ ਅਮੀਰ ਮੁੰਡਿਆਂ ਨੂੰ ਉਹ ਲੱਭਿਆ ਕਰਦੀ ਸੀ, ਇੱਕ ਸ਼ਾਮ ਦੀ ਗੱਲ ਹੈ ਕਿ ਡੋਨਾਲਡ ਟਰੰਪ ਇਸ ਵਾਰ ਆਏ ਅਤੇ ਉਸ ਦੀ ਨਜ਼ਰ ਚੈਕਸਲੋਵਾਕੀਆ ਦੀ ਇੱਕ ਮਾਡਲ ਇਵਾਨਾ 'ਤੇ ਪਈ। ਟਰੰਪ ਨੇ ਉਸ ਨੂੰ 100 ਗੁਲਾਬ ਭੇਜੇ ਅਤੇ ਬਾਹਰ ਘੁਮਾਉਣ ਲਈ ਲੈ ਗਿਆ। ਇਵਾਨਾ ਆਪਣੀ ਕਿਤਾਬ ਰੇਜ਼ਿੰਗ ਟਰੰਪ ਦੇ ਵਿੱਚ ਲਿਖਦੀ ਹੈ ਕਿ ਅਗਲੇ 3 ਮਹੀਨੇ ਤੱਕ ਟਰੰਪ ਹਰ ਦਿਨ ਉਸ ਨੂੰ ਫੋਨ ਕਰਦਾ ਸੀ ਅਤੇ ਉਹ ਇੱਕ ਦੂਸਰੇ ਨਾਲ ਕਈ ਮਹੀਨੇ ਡੇਟ ਕਰਦੇ ਰਹੇ। 1977 ਦੇ ਵਿੱਚ ਨਵੇਂ ਸਾਲ ਦੀ ਸ਼ਾਮ 'ਤੇ ਇਵਾਨਾ ਨੂੰ ਉਸਨੇ ਸ਼ਾਦੀ ਲਈ ਪ੍ਰਪੋਜ਼ ਕੀਤਾ। ਟਰੰਪ ਨੇ ਆਖਿਆ ਕਿ ਅਗਰ ਤੂੰ ਮੇਰੇ ਨਾਲ ਸ਼ਾਦੀ ਨਹੀਂ ਕਰੇਗੀ ਤਾਂ ਆਪਣੀ ਜ਼ਿੰਦਗੀ ਬਰਬਾਦ ਕਰ ਲਏਂਗੀ, ਜਾਣੀ ਧਮਕਾਇਆ ਉਸਨੂੰ, ਇਵਾਨਾ ਨੂੰ ਇਸਨੇ। ਅਤੇ ਇਵਾਨਾ ਨੂੰ ਸ਼ਾਦੀ ਲਈ ਮੰਨ ਗਈ ਅਤੇ 9 ਅਪ੍ਰੈਲ 1977 ਨੂੰ ਟਰੰਪ ਅਤੇ ਇਵਾਨਾ ਦੀ ਸ਼ਾਦੀ ਹੋਈ। ਅਤੇ ਜਿਸ ਮੁਤਾਬਕ ਇਹਦਾ ਜੋ ਸਿਲਸਿਲਾ ਸੀ ਇਵਾਨਾ ਦੇ ਨਾਲ ਉਹ ਚੱਲਿਆ
ਜਾਣੀ ਇਹ ਜੋ ਮਾਡਲ ਸੀ ਚੈਕਸਲੋਵਾਕੀਆ ਦੀ ਸੀ। ਹੁਣ ਇਹਦੇ 'ਚ ਅਮਰੀਕਨ ਧਰਤ ਦਾ ਦਰਦ ਕਿਤੇ ਹੈਗਾ, ਮਾਂ ਕਿਤੋਂ ਦੀ, ਪਿਓ ਕਿਤੇ ਦਾ, ਦਾਦਾ ਕਿਤੇ ਦਾ, ਘਰ ਵਾਲੀ ਕਿਤੋਂ ਦੀ। ਮੈਂ ਨਹੀਂ ਕਹਿੰਦਾ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਫਿਰ ਤੁਸੀਂ ਆਪਣੇ ਆਪ ਨੂੰ ਅਮਰੀਕਨ ਮਾਤ ਭੂਮੀ ਦੇ ਸ਼ੇਰ ਕਿਉਂ ਬਣਦੇ ਹੋ? ਤੁਸੀਂ ਅਮਰੀਕਾ ਦੀ ਫੌਜ ਦੇ ਵਿੱਚ 5 ਸਾਲ ਭਰਤੀ ਨਹੀਂ ਹੋਏ। ਇਸ ਤਰ੍ਹਾਂ ਦੇ ਲੋਕ ਜਿਹੜੇ ਮੁਲਕ ਲਈ ਲੜਾਈ ਦੇ ਵਿੱਚ ਮਾਫੀਆਂ ਮੰਗ ਲੈਂਦੇ ਨੇ, ਉਹ ਦੇਸ਼ ਦੇ ਵੀਰ ਬਣ ਜਾਂਦੇ ਨੇ। ਵੀਰ ਸਵਰਕਰ ਹੋਰਾਂ ਨੂੰ ਕਿੱਦਾਂ ਪੇਸ਼ ਕੀਤਾ ਗਿਆ? ਵਿਨਾਇਕ ਦੋਮੋਦਰ ਸਮਾਰਕਰ ਜਿਹੜੇ ਅੰਗਰੇਜ਼ਾਂ ਤੋਂ ਮਾਫੀ ਮੰਗਦੇ ਨੇ, ਉਹ ਬੁਲਬੁਲ ਤੇ ਕਾਲੇ ਪਾਣੀ ਦੀ ਜੇਲ੍ਹ 'ਚੋਂ ਨਿਕਲਦੇ ਨੇ। ਉਹ ਦੇਸ਼ ਦੇ ਹੀਰੋ ਨੇ। ਦੇਸ਼ ਦੇ ਲਈ ਜਾਨਾਂ ਵਾਰਨ ਵਾਲੇ ਜਿਹੜੇ ਲੋਕ ਸੀ, ਉਹ ਹਾਸ਼ੀਏ 'ਤੇ ਨੇ। ਅੰਡੇਮਾਨ ਨਿਕੋਬਾਰ ਦੇ ਲਾਈਟ ਐਂਡ ਸਾਊਂਡ ਸ਼ੋਅ ਦੇ ਵਿੱਚ ਕੀ ਦਿਖਾਇਆ ਗਿਆ? ਇਸ ਤਰ੍ਹਾਂ ਦੇ ਲੋਕ ਅੱਗੇ ਵੱਧ ਰਹੇ ਨੇ ਜੋ ਰਾਈਟ ਵਿੰਗ ਹੈ। ਇਸ ਸਿਲਸਿਲੇ ਵਿੱਚ ਜਾਣੀ ਚੈਕਸਲੋਵਾਕੀਆ ਦੀ ਸਵਾਨਾ ਦੇ ਨਾਲ 1970 ਦੇ ਵਿੱਚ ਦਾ ਵਿਆਹ ਹੋ ਜਾਂਦਾ ਹੈ। ਹਾਲਾਂਕਿ ਉਸ ਦੀ ਪ੍ਰੇਮਕਾ ਇਹ 1 ਸਾਈਡਡ ਸੀ ਜਾਂ ਡਬਲ ਸਾਈਡਡ ਸੀ। ਉਸ ਨੂੰ ਇਹ ਧਮਕੀਆਂ ਵੀ ਦਿੰਦਾ ਕਿ ਜੇ ਤੁਸੀਂ ਵੇਖੋ ਕਿ ਇਸ ਦੀਆਂ ਜਵਾਨੀ ਦੀਆਂ ਤਸਵੀਰਾਂ ਇਸ ਵਕਤ ਲਾਈਵ ਵੇਖਦੇ ਹੋ, ਇਸ ਦੀ ਫੈਮਿਲੀ ਦੀਆਂ ਤਸਵੀਰਾਂ ਲਾਈਵ ਵੇਖਦੇ ਹੋ। ਸੋ ਇਵਾਨਾ ਤੇ ਆਪਣੇ ਬੱਚਿਆਂ ਦੇ ਨਾਲ ਹੈ ਇਹ। ਅਤੇ ਜਿਸ ਸਿਲਸਿਲੇ ਵਿੱਚ ਇਹ ਉਸ ਦੀ ਪਤਨੀ ਇਵਾਨਾ ਜੋ ਚੈਕਸਲੋਵਾਕੀਆ ਦੀ ਇੱਕ ਮਾਡਲ ਸੀ, ਜਿਸ ਨੂੰ ਉਸਨੇ ਧਮਕਾਇਆ ਕਿ ਜੇ ਮੇਰੇ ਨਾਲ ਵਿਆਹ ਨਹੀਂ ਕਰਾਏਂਗੀ ਤਾਂ ਤੇਰੀ ਜ਼ਿੰਦਗੀ ਬਰਬਾਦ ਹੋ ਜਾਏਗੀ। ਸੋ ਇਸ ਸੰਬੰਧੀ ਡੋਨਾਲਡ ਜੂਨੀਅਰ, ਬੇਟੀ ਇਵਾਂਕਾ ਅਤੇ ਸਭ ਤੋਂ ਛੋਟਾ ਬੇਟਾ ਐਰਿਕ ਸ਼ਾਮਲ ਨੇ। ਇਸ ਤਸਵੀਰ ਦੇ ਵਿੱਚ 3 ਬੱਚੇ ਨੇ ਇਵਾਨਾ ਦੇ ਨਾਲ। ਅਤੇ ਸ਼ਾਦੀ ਦੇ 8 ਸਾਲ ਬਾਅਦ ਦੋਨਾਂ ਦੇ ਰਿਸ਼ਤਿਆਂ 'ਚ ਦਰਾੜ ਪਈ। 1985 ਦੇ ਵਿੱਚ ਫਿਰ ਟਰੰਪ ਇੱਕ ਮਾਡਲ ਮਾਰਲ ਮੈਪਲਸ ਦੇ ਨਾਲ ਟੈਨਿਸ ਮੈਚ ਦੇ ਦੌਰਾਨ ਮਿਲਦਾ ਹੈ। ਇਸ ਦੌਰਾਨ ਦੋਨਾਂ ਦਾ ਫਿਰ ਸ਼ੁਰੂ ਹੋ ਜਾਂਦਾ ਹੈ। 1999 ਦੇ ਵਿੱਚ ਇਵਾਨਾ ਕ੍ਰਿਸਮਸ ਦੀਆਂ ਛੁੱਟੀਆਂ ਬਿਤਾਉਣ ਦੇ ਲਈ ਜਦੋਂ ਕੋਲੋਰਾਡੋ ਦੇ ਐਸਪਨ ਪਹੁੰਚੀ ਤਾਂ ਉਸ ਦੌਰਾਨ ਮਾਰਲ ਮੈਪਲਸ ਵੀ ਉੱਥੇ ਮੌਜੂਦ ਸੀਗੀ। ਅਤੇ ਮਾਰਲੇ ਨੇ ਇਵਾਨਾ ਨੂੰ ਆਪਣੀ ਜਾਣ ਪਛਾਣ ਕਰਾਈ ਕਿ ਮੈਂ ਮਾਰਲੇ ਹੂੰ, ਤੁਹਾਡੇ ਪਤੀ ਨੂੰ ਪਿਆਰ ਕਰਦੀ ਹਾਂ। ਕੀ ਤੂੰ ਵੀ ਆਪਣੇ ਪਤੀ ਨੂੰ ਪਿਆਰ ਕਰਦੀ ਹਾਂ? ਇਹ ਉਹਨੂੰ ਪੁੱਛ ਰਹੀ ਹੈ। ਇਵਾਨਾ ਨੇ ਆਪਣੀ ਕਿਤਾਬ ਦੇ ਵਿੱਚ ਇਹ ਲਿਖਿਆ ਕਿ ਇਹ ਸਵਾਲ ਸੁਣ ਕੇ ਮੈਂ ਹੈਰਾਨ ਰਹਿ ਗਈ ਕਿ ਇੱਕ ਔਰਤ ਮਾਡਲ ਹੈ, ਉਹ ਮੈਨੂੰ ਕਹਿੰਦੀ ਹੈ ਤੂੰ ਆਪਣੇ ਪਤੀ ਨੂੰ ਵੀ ਪਿਆਰ ਕਰਦੀ ਹੈ? ਮੈਂ ਤੇਰੇ ਪਤੀ ਨੂੰ ਪਿਆਰ ਕਰਦੀ ਹਾਂ। ਤਾਂ ਮੈਂ ਉਸਨੂੰ ਆਖਿਆ ਤੁਰੰਤ ਦਫਾ ਹੋ ਜਾ, ਮੈਨੂੰ ਮੇਰੇ ਪਤੀ ਨਾਲ ਪਿਆਰ ਹੈ। ਕਹਿੰਦੀ ਮੈਂ ਮਾਰਲੇ ਨੂੰ ਜਵਾਬ ਦਿੱਤਾ, ਲੇਕਿਨ ਮੈਂ ਸਦਮੇ 'ਚ ਚਲੀ ਗਈ। ਕੁਝ ਸਮੇਂ ਬਾਅਦ ਮੈਂ ਟਰੰਪ ਤੋਂ ਤਲਾਕ ਲੈਣ ਦਾ ਫੈਸਲਾ ਕੀਤਾ। ਟਰੰਪ ਅਤੇ ਇਵਾਨਾ ਦਾ ਝਗੜਾ ਪੂਰੇ ਦੇਸ਼ ਦੇ ਵਿੱਚ ਪ੍ਰਸਿੱਧ ਰਿਹਾ। ਹਰ ਅਖਬਾਰ ਦੇ ਵਿੱਚ, ਹਰ ਮੈਗਜ਼ੀਨ ਦੇ ਵਿੱਚ ਇਹਨਾਂ ਦੇ ਟਰੰਪ ਅਤੇ ਇਵਾਨਾ ਦੇ ਕਿੱਸੇ ਅਤੇ ਮਾਰਲੇ ਦੇ ਕਿੱਸੇ ਚੱਲਦੇ ਨੇ। ਇਸ ਦੌਰਾਨ ਅਖਬਾਰਾਂ ਨੇ ਇੱਕ ਹੈਡਲਾਈਨ ਦੇ ਵਿੱਚ ਪੂਰੇ ਦੇਸ਼ ਨੂੰ ਚੌਂਕਾ ਦਿੱਤਾ, ਜਿਸ ਦੇ ਵਿੱਚ ਲਿਖਿਆ ਸੀ ਕਿ ਟਰੰਪ ਦੇ ਨਾਲ ਮੈਂ ਆਪਣੇ ਜੀਵਨ ਦੇ ਸਭ ਤੋਂ ਅੱਛੇ ਸਰੀਰਕ ਸੰਬੰਧ ਬਣਾਏ ਨੇ। ਇਹ ਗੱਲ ਮਾਰਲੇ ਨੇ ਮੀਡੀਆ ਦੇ ਵਿੱਚ ਦੱਸੀ ਕਿ ਟਰੰਪ ਦੇ ਨਾਲ ਮੈਂ ਆਪਣੀ ਜ਼ਿੰਦਗੀ ਦੇ ਸਭ ਤੋਂ ਸੋਹਣੇ ਸਰੀਰਕ ਸੰਬੰਧ ਬਣਾਏ ਨੇ। ਅਤੇ ਇਸ ਮਾਮਲੇ ਨੂੰ ਲੈ ਕੇ ਟਰੰਪ ਅਤੇ ਇਵਾਨਾ ਦਾ ਮਾਮਲਾ ਅਦਾਲਤ ਵਿੱਚ ਖਿੱਚ ਗਿਆ। ਇਵਾਨਾ ਨੇ ਟਰੰਪ 'ਤੇ ਰੇਪ ਦਾ ਕੇਸ ਦਰਜ ਕਰਾਇਆ। ਫਿਰ ਦਸੰਬਰ 1990 ਦੇ ਵਿੱਚ ਦੋਨਾਂ ਦਾ ਤਲਾਕ ਹੋ ਗਿਆ। ਟਰੰਪ ਨੇ ਐਲਿਮਨੀ ਦੇ ਤੌਰ 'ਤੇ ਇਵਾਨਾ ਨੂੰ ਉਸ ਵਕਤ 36 ਕਰੋੜ ਰੁਪਏ ਦਿੱਤੇ। ਅਤੇ ਇਸ ਦੌਰਾਨ ਟਰੰਪ ਅਤੇ ਮਾਰਲੇ ਦੀ ਫਿਰ ਸ਼ਾਦੀ ਹੋ ਗਈ। ਅਤੇ ਜਿਸ ਦੌਰਾਨ ਮਾਰਲੇ 7 ਮਹੀਨੇ ਦੀ ਗਰਭਵਤੀ ਸੀ ਅਤੇ 2 ਮਹੀਨੇ ਬਾਅਦ ਟਰੰਪ ਦੀ ਚੌਥੀ ਸੰਤਾਨ ਟਿਫਨੀ ਦਾ ਜਨਮ ਹੋਇਆ। ਹਾਲਾਂਕਿ ਮਾਰਲੇ ਅਤੇ ਟਰੰਪ ਦੇ ਦਰਮਿਆਨ 3 ਸਾਲ ਹੀ ਰਿਸ਼ਤਾ ਚੱਲ ਪਾਇਆ। 1997 ਦੇ ਵਿੱਚ ਦੋਨਾਂ ਨੇ ਵੀ ਤਲਾਕ ਲੈ ਲਿਆ, ਸੈਕੰਡ ਵਾਈਫ ਨੇ ਵੀ, ਮਾਰਲੇ ਨਾਲ ਵੀ। ਤਲਾਕ ਤੋਂ ਬਾਅਦ ਨਿਊਯਾਰਕ ਟਾਈਮਜ਼ ਨੂੰ ਦਿੱਤੇ ਗਏ ਇੱਕ ਇੰਟਰਵਿਊ ਦੇ ਵਿੱਚ ਮਾਰਲੇ ਨੇ ਆਖਿਆ ਕਿ ਡੋਨਾਲਡ ਉਹ ਇਨਸਾਨ ਨਹੀਂ ਹੈ ਜਿਸ ਨੂੰ ਮੈਂ ਸ਼ਾਦੀ ਕਰਕੇ ਪਿਆਰ ਕਰਦੀ ਸੀ। ਟਰੰਪ ਅਤੇ ਉਸ ਦੀ ਦੁਨੀਆ ਮੇਰੇ ਲਈ ਅਜਨਬੀ ਸੀ ਅਤੇ ਮੈਂ ਉਸ ਤੋਂ ਅਲੱਗ ਹੋ ਕੇ ਬਹੁਤ ਖੁਸ਼ੀ ਹਾਂ, ਇਹ ਮਾਰਲੇ ਕਹਿੰਦੀ ਹੈ। ਇਨਸਾਨ ਦਾ ਜਿਹੜਾ ਕਿਰਦਾਰ ਹੈ ਉਹ ਦੇਖਿਆ ਜਾਂਦਾ ਹੈ। ਹੁਣ ਇੱਥੇ ਕਈ ਲੋਕ ਆਪਣੇ ਦੁੱਖ ਕਰਕੇ ਅਸੀਂ ਕਹਿੰਦੇ ਅੰਗਰੇਜ਼ ਚੰਗੇ ਸੀ, ਆਹ ਫਲਾਣਾ ਚੰਗਾ ਸੀ ਜੀ, ਉਹ ਫਲਾਣਾ ਚੰਗਾ ਸੀ ਜੀ। ਇਨਸਾਨ ਦੇ ਪਰਿਵਾਰ ਤੋਂ, ਉਸ ਦੇ ਵਿਆਹੁਤਾ ਲਾਈਫ ਤੋਂ, ਉਸ ਦੇ ਸਾਥੀਆਂ ਤੋਂ ਉਸ ਦਾ ਪਤਾ ਲੱਗ ਜਾਂਦਾ ਕਿ ਇਹਦਾ ਕਿਰਦਾਰ ਕੀ ਹੋ ਸਕਦਾ ਹੈ। ਡੋਨਾਲਡ ਟਰੰਪ ਅਤੇ ਮਾਰਲੇ ਦੇ ਦਰਮਿਆਨ ਜਦੋਂ ਤਲਾਕ ਦਾ ਇਹ ਪ੍ਰੋਸੈਸ ਚੱਲ ਰਿਹਾ ਸੀ, ਇਸ ਦੌਰਾਨ ਟਰੰਪ ਦੀ ਮੁਲਾਕਾਤ ਸਲੋਵੇਨੀਆ ਦੀ ਮਾਡਲ ਮਲੇਨੀਆ ਦੇ ਨਾਲ ਹੋਈ। ਮਲੇਨੀਆ ਨਾਂਸ ਨਾਲ, ਇਹ ਵੀ ਸਲੋਵਾਕੀਆ ਦੀ। ਪੋਲੀਟੀਕਲ ਰਿਪੋਰਟਾਂ ਦੇ ਮੁਤਾਬਕ ਦੋਨਾਂ ਦੇ ਦਰਮਿਆਨ ਪਹਿਲੀ ਮੁਲਾਕਾਤ 1998 'ਚ ਹੋਈ ਇੱਕ ਪਾਰਟੀ ਦੇ ਦੌਰਾਨ। ਇੱਥੇ ਟਰੰਪ ਨੇ ਮਲੇਨੀਆ ਤੋਂ ਉਸ ਦਾ ਫ਼ੋਨ ਨੰਬਰ ਮੰਗਿਆ। ਮਤਲਬ ਇੱਦਾਂ ਦਾ ਮੁਸ਼ਕਿਆ ਬੁੜਾ ਆ, ਕੀ ਕਰੋਗੇ ਤੁਸੀਂ? ਟਰੰਪ 2004 ਦੇ ਵਿੱਚ ਫਿਰ ਮਲੇਨੀਆ ਨੂੰ
ਮੇਲਗਾਰਡ ਦੇ ਦੌਰਾਨ ਮੇਟ ਗਾਲਾ ਦੇ ਦੌਰਾਨ ਪ੍ਰਪੋਜ਼ ਕਰਦਾ। 22 ਜਨਵਰੀ 2005 ਨੂੰ ਦੋਨਾਂ ਨੇ ਸ਼ਾਦੀ ਕਰ ਲਈ। ਮਲੇਨੀਆ ਦੇ ਟਰੰਪ ਦਾ ਵੀ ਇੱਕ ਬੇਟਾ ਜਿਸ ਦਾ ਨਾਮ ਬੈਰਨ ਟਰੰਪ ਹੈ। 1917 ਦੇ ਵਿੱਚ ਟਰੰਪ ਨੂੰ ਰਾਸ਼ਟਰਪਤੀ ਬਣਨ ਤੋਂ ਬਾਅਦ ਮਲੇਨੀਆ ਅਮਰੀਕਾ ਦੀ ਫਸਟ ਲੇਡੀ ਬਣੀ ਤੇ ਟਰੰਪ ਦੀ ਪਰਸਨਲ ਲਾਈਫ ਕਾਫੀ ਵਿਵਾਦਾਂ 'ਚ ਰਹੀ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ ਮਿਲਟਰੀ ਸਕੂਲ ਦੇ ਵਕਤ ਟਰੰਪ ਨੂੰ ਉਸਦੇ ਸਾਥੀ ਲੇਡੀਜ਼ ਮੈਨ ਕਹਿੰਦੇ ਸੀ ਤੇ ਉਹ ਕਿਉਂਕਿ ਔਰਤਾਂ ਨਾਲ ਹੀ ਰਹਿੰਦਾ ਸਾਰਾ ਦਿਨ, ਔਰਤ ਵੀ ਇੱਕ ਨਹੀਂ, ਜਨਾਨੀਵਾਜ ਕਹਿੰਦੀ ਜਿਹਨੂੰ ਪੰਜਾਬੀ 'ਚ। ਤੇ ਟਰੰਪ ਨੇ ਨਾ ਸਿਰਫ ਮਾਡਲ ਬਲਕਿ ਪੋਰਨ ਸਟਾਰਾਂ ਨਾਲ ਵੀ ਸੰਬੰਧ ਰੱਖੇ। ਉਸ ਦੌਰਾਨ ਹੁਣ ਤੱਕ ਉਸਦੇ 27 ਮਹਿਲਾਵਾਂ ਉਸ 'ਤੇ ਯੌਨ ਸ਼ੋਸ਼ਣ ਦਾ ਦੋਸ਼ ਲਾ ਚੁੱਕੀਆਂ ਨੇ। ਯਾਰ 3-4 ਤਾਂ ਘਰ ਵਾਲੀਆਂ ਹੀ ਇਹ ਕੁਛ ਕਰ ਚੁੱਕੀਆਂ ਨੇ ਤੇ ਫਿਰ ਇਹ ਕੀ ਦੁੱਧ ਧੋਤਾ ਹੋਊਗਾ। ਲਾਈਫ ਇਨ ਬਿਜ਼ਨਸ ਅਗਰ ਵੇਖਿਆ ਜਾਵੇ ਤਾਂ ਦੁਨੀਆ ਭਰ ਦੇ ਵਿੱਚ ਗਗਨਚੁੰਬੀ ਇਮਾਰਤਾਂ ਤੋਂ ਲੈ ਕੇ ਕਸੀਨੋ ਜਾਂ ਹੋਰ ਬਿਜ਼ਨਸ ਦੇ ਵਿੱਚ ਉਸਦਾ ਰੁਤਬਾ ਹੈ। ਬਸ ਸਿਰਫ ਪੈਸਾ। ਡੋਨਾਲਡ ਟਰੰਪ ਦੀ ਸਾਰੀ ਸ਼ੋਹਰਤ ਤੇ ਵਿਰਾਸਤ ਉਸਦੇ ਵੱਡੇ ਭਰਾ ਫੇਡ ਜੂਨੀਅਰ ਦੇ ਇੱਕ ਫੈਸਲੇ ਦੇ ਚੱਲਦਿਆਂ ਹਾਸਲ ਹੋਈ। ਦਰਅਸਲ ਜੂਨੀਅਰ ਨੇ ਆਪਣੇ ਪਿਤਾ ਦਾ ਬਿਜ਼ਨਸ ਜੁਆਇਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਹ ਇੱਕ ਪਾਇਲਟ ਬਣ ਗਿਆ। ਇਸ ਦੇ ਚੱਲਦਿਆਂ ਟਰੰਪ ਪਰਿਵਾਰ ਦਾ ਬਿਜ਼ਨਸ ਸੰਭਾਲਣ ਦੀ ਸਾਰੀ ਜ਼ਿੰਮੇਵਾਰੀ ਡੋਨਾਲਡ ਟਰੰਪ 'ਤੇ ਆ ਗਈ। ਇਸ ਵਕਤ ਉਹ 18 ਸਾਲ ਦਾ ਸੀ। ਟਰੰਪ ਦੇ ਮੁਤਾਬਕ ਉਸ ਦੇ ਪਿਤਾ ਨੇ ਉਸ ਨੂੰ ਕੰਪਨੀ ਜੁਆਇਨ ਕਰਨ ਤੋਂ ਪਹਿਲਾਂ $1 ਮਿਲੀਅਨ ਦਾ ਕਰਜ਼ਾ ਦਿੱਤਾ ਤੇ ਕੰਪਨੀ ਜੁਆਇਨ ਕਰਨ ਤੋਂ ਬਾਅਦ ਟਰੰਪ ਨੇ ਨਿਊਯਾਰਕ ਸ਼ਹਿਰ ਦੇ ਵਿੱਚ ਹਾਊਸਿੰਗ ਪ੍ਰੋਜੈਕਟ ਦੇ ਵਿੱਚ ਪਿਤਾ ਦੀ ਮਦਦ ਸ਼ੁਰੂ ਕੀਤੀ ਤੇ ਕੰਪਨੀ ਦਾ ਨਾਮ ਬਦਲ ਕੇ ਉਸਨੇ ਦਾ ਟਰੰਪ ਆਰਗੇਨਾਈਜੇਸ਼ਨ ਕਰ ਦਿੱਤਾ। ਜਾਣੀ ਆਪਣੀ ਦਾਦੀ ਦੇ ਨਾਂ ਤੋਂ ਬਦਲ ਕੇ ਉਸਨੂੰ ਟਰੰਪ ਆਰਗੇਨਾਈਜੇਸ਼ਨ ਕਰ ਦਿੱਤਾ। 25 ਸਾਲ ਦੀ ਉਮਰ ਦੇ ਵਿੱਚ ਡੋਨਾਲਡ ਦਾ ਟਰੰਪ ਆਰਗੇਨਾਈਜੇਸ਼ਨ ਦਾ ਪ੍ਰੈਜ਼ੀਡੈਂਟ ਬਣਿਆ ਤੇ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ 1970 ਤੇ 1980 ਦੇ ਦਹਾਕੇ ਦੇ ਦੌਰਾਨ ਉਸਨੇ ਇੱਕ ਬਹੁਪੱਖੀ ਰੀਅਲ estate ਵਪਾਰੀ ਦੇ ਤੌਰ 'ਤੇ ਆਪਣੇ ਆਪ ਨੂੰ ਸਥਾਪਿਤ ਕੀਤਾ। ਟਰੰਪ ਦੀ ਕੰਪਨੀ ਦੇ ਹਾਊਸਿੰਗ ਪ੍ਰੋਜੈਕਟ ਦੇ ਨਾਲ ਨਾਲ ਉਸਦੇ ਲਗਜ਼ਰੀ ਹੋਟਲ, ਕਸੀਨੋ ਤੇ ਗਗਨਚੁੰਬੀ ਇਮਾਰਤਾਂ ਨੇ ਤੇ ਜਿਸ ਦੌਰਾਨ 1976 ਦੇ ਵਿੱਚ ਆਪਣੇ ਵਪਾਰਕ ਜੀਵਨ ਦਾ ਉਸਨੇ ਵੱਡਾ ਫੈਸਲਾ ਲਿਆ। ਨਿਊਯਾਰਕ ਦੇ ਵਿੱਚ ਦਿਵਾਲੀਆ ਹੋ ਚੁੱਕੇ ਕੋਮੋਡੋਰ ਹੋਟਲ ਨੂੰ ਖਰੀਦ ਲਿਆ ਤੇ ਉਸ ਦੀ ਜਗ੍ਹਾ ਇੱਕ ਸ਼ਾਨਦਾਰ ਹੋਟਲ ਬਣਾਉਣ ਦੇ ਲਈ ਹਯਾਤ ਗਰੁੱਪ ਨਾਲ ਐਗਰੀਮੈਂਟ ਕੀਤਾ। ਹਾਲਾਂਕਿ ਟਰੰਪ ਦੇ ਕੋਲ ਉਸ ਦੇ ਲਈ ਲੋੜੀਂਦਾ ਪੈਸਾ ਵੀ ਨਹੀਂ ਸੀ। ਉਸ ਵਕਤ ਉਸਨੇ ਆਪਣੇ ਪਿਤਾ ਦੀ ਰਾਜਨੀਤਿਕ ਸ਼ਕਤੀ ਦਾ ਫਾਇਦਾ ਉਠਾਇਆ। ਟਰੰਪ ਦੇ ਪਿਤਾ ਡੈਮੋਕ੍ਰੈਟਿਕ ਪਾਰਟੀ ਨਾਲ ਜੁੜੇ ਹੋਏ ਸੀ। ਉਸਨੇ ਨਿਊਯਾਰਕ ਦੇ ਮੇਅਰ ਨਾਲ ਡੀਲ ਕਰਕੇ ਹੋਟਲ 'ਤੇ ਲੱਗਣ ਵਾਲੇ ਟੈਕਸ ਦੇ ਵਿੱਚ 40 ਸਾਲ ਦੀ ਛੂਟ ਹਾਸਲ ਕਰ ਲਈ। ਜਾਣੀ ਉਹੀ ਕਾਰੋਬਾਰੀ ਹੈ ਨਾ ਜੋ ਬਾਦਲ ਸਾਹਿਬ ਜਾਂ ਹੋਰ ਕਰਦੇ ਰਹੇ ਨੇ। ਤੇ ਫਿਰ ਉਹਦੇ 'ਚ ਅਮਰੀਕਾ ਦੀ ਜਿਹੜੀ ਮਾਂ ਭੂਮੀ ਦਾ ਫਰਜ਼ ਹੈ ਉਹ ਕਿੱਥੇ ਹੈ? ਟਰੰਪ ਦੇ ਬਾਰੇ ਕਿਹਾ ਗਿਆ ਕਿ ਨਿਊਯਾਰਕ ਦੇ ਵਿੱਚ ਉਹ ਜੋ ਚਾਹੁੰਦਾ ਉਹ ਹਾਸਲ ਕਰਦਾ ਰਿਹਾ। 1983 ਦੇ ਵਿੱਚ ਟਰੰਪ ਨੇ ਨਿਊਯਾਰਕ ਸਿਟੀ ਦੇ ਵਿੱਚ ਮੈਨਹਟਨ ਦੇ ਵਿੱਚ 5th ਐਵਨਿਊ ਦੇ ਵਿੱਚ ਇੱਕ 58 ਮੰਜ਼ਲਾ ਇਮਾਰਤ ਦਾ ਨਿਰਮਾਣ ਕਰਾਇਆ ਜਿਸ ਦਾ ਨਾਂ ਟਰੰਪ ਟਾਵਰ ਰੱਖਿਆ। 80 ਦੇ ਦਹਾਕੇ ਦੇ ਵਿੱਚ ਟਰੰਪ ਨੇ ਕਸੀਨੋ ਬਿਜ਼ਨਸ ਦੇ ਵਿੱਚ ਕਦਮ ਰੱਖਿਆ। 1984 ਦੇ ਵਿੱਚ ਟਰੰਪ ਨੇ ਪਲਾਜ਼ਾ ਤੇ 1990 ਦੇ ਵਿੱਚ ਟਰੰਪ ਤਾਜ ਮਹਿਲ ਵਰਗੇ ਕਸੀਨੋ ਬਣਾਏ। ਟਰੰਪ ਤਾਜ ਮਹਿਲ ਕਸੀਨੋ ਬਣਵਾਉਣ ਦੇ ਲਈ $1 ਬਿਲੀਅਨ ਜਾਣੀ ਕਿ 1750 ਕਰੋੜ ਰੁਪਏ ਖਰਚ ਕੀਤੇ। ਇਹ ਦੁਨੀਆ ਦੇ ਵਿੱਚ 8ਵਾਂ ਅਜੂਬਾ ਦੇ ਤੌਰ 'ਤੇ ਪੇਸ਼ ਕੀਤਾ ਗਿਆ। ਹਾਲਾਂਕਿ ਇਸ 'ਤੇ ਬਣਨ ਤੋਂ ਬਾਅਦ ਟਰੰਪ ਕੰਗਾਲ ਹੋ ਗਿਆ। ਉਸ ਦੀਆਂ ਆਪਣੇ 2 ਕੰਪਨੀਆਂ ਨੂੰ ਉਸਨੇ ਦਿਵਾਲੀਆ ਲਾਣਿਆ। ਇਸ ਫੈਸਲੇ ਦੇ ਕਾਰਨ ਅਮਰੀਕਾ ਦੇ ਵਿੱਚ ਉਸਦਾ ਖੂਬ ਮਜ਼ਾਕ ਵੀ ਉਡਿਆ। ਕੁਝ ਸਾਲ ਬਾਅਦ ਉਹ ਨਿਊਯਾਰਕ ਟਾਈਮਜ਼ ਦੇ ਵਿੱਚ ਟਰੰਪ ਨੇ ਲਿਖਿਆ ਕਿ ਟਰੰਪ ਸਫਲਤਾ ਦੇ ਲਈ ਇਸ ਤਰ੍ਹਾਂ ਦਾ ਕੁਛ ਕਰ ਚੁੱਕਾ ਕਿ ਕੰਪਨੀ ਨੂੰ ਦਿਵਾਲੀਆ ਹੋਣ ਪਿੱਛੇ ਉਸਦੀ ਪ੍ਰਤਿਭਾ ਨੂੰ ਉਹ ਨਹੀਂ ਖੋਰ ਸਕਿਆ। ਸ਼ਾਇਦ ਦੂਸਰਿਆਂ 'ਤੇ ਲਾਗੂ ਹੋਣ ਵਾਲੇ ਨਿਯਮ ਟਰੰਪ 'ਤੇ ਲਾਗੂ ਨਹੀਂ ਹੁੰਦੇ। 1999 ਦੇ ਵਿੱਚ ਡੋਨਾਲਡ ਟਰੰਪ ਦੇ ਪਿਤਾ ਫੈਡਰ ਟਰੰਪ ਦੀ ਨਮੂਨੀਆ ਦੇ ਕਾਰਨ ਮੌਤ ਹੋ ਜਾਂਦੀ ਹੈ ਤੇ ਉਸਦੇ ਅੰਤਮ ਸੰਸਕਾਰ ਮੌਕੇ ਟਰੰਪ ਨੇ ਆਪਣੇ ਪਿਤਾ ਤੇ ਉਸ ਦੀਆਂ ਉਪਲਬਧੀਆਂ ਦੀ ਬਜਾਏ ਟਰੰਪ ਪਰਿਵਾਰ ਦੇ ਬਿਜ਼ਨਸ ਨੂੰ ਹੀ ਪੇਸ਼ ਕੀਤਾ। ਆਪਣੇ ਪਿਤਾ ਦਾ ਵੀ ਕੋਈ ਗੁਣਗਾਨ ਨਹੀਂ ਕੀਤਾ ਤੇ ਨਾਲ ਆਪਣਾ ਹੀ ਪੱਖ ਉਭਾਰਿਆ। ਟਰੰਪ ਇੱਕ ਰੀਅਲ estate ਕਾਰੋਬਾਰੀ ਸੀ। ਹਾਲਾਂਕਿ ਆਪਣੇ ਪਿਤਾ ਦੀਆਂ ਪ੍ਰਾਪਤੀਆਂ ਦਾ ਵੀ ਉਸਨੇ ਜ਼ਿਕਰ ਕੀਤਾ। ਨਾਲ ਟਰੰਪ ਦੇ ਤੌਰ 'ਤੇ ਹੀ ਉਸਨੇ ਆਪਣੇ ਆਪ ਨੂੰ ਪੇਸ਼ ਕੀਤਾ। ਟਰੰਪ ਇੱਕ ਰੀਅਲ estate ਕਾਰੋਬਾਰੀ ਤੋਂ ਇਲਾਵਾ ਖੁਦ ਇੱਕ ਸੈਲੀਬ੍ਰਿਟੀ ਦੇ ਤੌਰ 'ਤੇ ਵੀ ਲੋਕਾਂ ਸਾਹਮਣੇ ਪੇਸ਼ ਹੋਇਆ। ਪ੍ਰਸਿੱਧੀ ਹਾਸਲ ਕਰਨ ਲਈ ਡੋਨਾਲਡ ਟਰੰਪ ਨੇ 1996 ਦੇ 3 ਬਿਊਟੀ ਪੈਜੈਂਟ ਮਿਸ ਯੂਨੀਵਰਸ, ਮਿਸ USA ਤੇ ਮਿਸ ਟੀਨ USA ਨੂੰ ਖਰੀਦਿਆ। ਮਿਸ ਯੂਨੀਵਰਸਿਟੀ ਦਾ ਆਯੋਜਨ ਅੰਤਰਰਾਸ਼ਟਰੀ ਪੱਧਰ 'ਤੇ ਹੁੰਦਾ ਹੈ। ਇਸ ਨੂੰ ਕਵਰ ਕਰਨ ਲਈ ਦੁਨੀਆ ਭਰ ਦਾ ਮੀਡੀਆ ਪਹੁੰਚਦਾ ਹੈ। ਟਰੰਪ ਨੇ ਉਸ ਦਾ ਪੂਰਾ ਲਾਭ ਲਿਆ ਤੇ ਗਲੋਬਲ ਤੌਰ 'ਤੇ ਉਸ ਦੀ ਪਹਿਚਾਣ ਬਣੀ। ਹਾਲਾਂਕਿ ਰਾਸ਼ਟਰਪਤੀ ਬਣਨ ਤੋਂ ਪਹਿਲਾਂ 1915 ਦੇ ਵਿੱਚ ਟਰੰਪ ਨੇ ਲੈਟਨ ਅਮਰੀਕੀਆਂ ਤੇ ਨਸਲ ਭੇਦੀ ਕਮੈਂਟ ਕੀਤੇ ਤੇ ਜਿਸ ਦੇ ਚੱਲਦਿਆਂ TV ਚੈਨਲਾਂ ਨੇ ਬਿਊਟੀ ਪੈਜੈਂਟ ਪ੍ਰੋਗਰਾਮ ਨੂੰ
ਰੱਦ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਟਰੰਪ ਨੇ ਮਤਲਬ ਟਰੰਪ ਦੇ ਇਸ ਬਿਊਟੀ ਪ੍ਰੋਗਰਾਮ ਨੂੰ ਬਿਊਟੀ ਕੰਟੈਸਟ ਨੂੰ ਚਲਾਉਣ ਤੋਂ ਇਨਕਾਰ ਕਰ ਦਿੱਤਾ ਜਦੋਂ ਉਸਨੇ ਲੈਟਨ ਅਮਰੀਕਿਆਂ 'ਤੇ ਮਾੜੇ ਕਮੈਂਟ ਕੀਤੇ। ਜਾਣੀ ਜ਼ੁਬਾਨ ਦਾ ਤਾਂ ਮੋਦੀ ਵਾਲਾ ਹੀ ਕੰਮ ਹੈ, ਭਾਜਪਾਈਆਂ ਵਾਲਾ ਕੰਮ ਹੈ ਪੂਰਾ। ਇਸ ਦੌਰਾਨ ਟਰੰਪ ਨੇ ਤਿੰਨੇ ਪੈਜੈਂਟ ਨੂੰ ਵੇਚ ਦਿੱਤਾ, ਤਿੰਨੇ ਮੁਕਾਬਲਿਆਂ ਨੂੰ। ਟਰੰਪ ਨੇ 2004 ਦੇ ਵਿੱਚ ਇੱਕ ਰਿਐਲਿਟੀ ਸ਼ੋਅ ਦਾ ਐਪਰੈਂਟਸ ਦੀ ਸ਼ੁਰੂਆਤ ਕੀਤੀ ਅਤੇ ਟਰੰਪ ਖੁਦ ਹੋਸਟ ਉਸ ਨੂੰ ਕਰਦਾ ਰਿਹਾ। ਸ਼ੋਅ ਦੇ ਵਿੱਚ ਸਿਲੈਕਟ ਹੋਣ ਵਾਲੇ ਕੰਟੈਸਟੈਂਟਸ ਟਰੰਪ ਆਰਗੇਨਾਈਜੇਸ਼ਨ ਦੀ ਮੈਨੇਜਮੈਂਟ ਦਾ ਕੰਟੈਕਟ ਮਿਲਦਾ ਸੀ, ਇਸ ਲਈ ਟਰੰਪ ਕੰਸਲਟੈਂਟ ਦੇ ਵਿੱਚ ਸਵਾਲ ਕਰਦੇ ਸੀ, ਜਾਣੀ ਉਹੀ ਵਿਜੇ ਮਾਲਿਆ ਵਾਲਾ ਕੰਮ, ਜਨਾਨੀਬਾਜੀ। ਅਤੇ ਇਸ ਦੌਰਾਨ ਸਵਾਲ ਦਾ ਜਵਾਬ ਠੀਕ ਨਾ ਦਿੱਤੇ ਜਾਣ 'ਤੇ ਟਰੰਪ ਯੂ ਆਰ ਫਾਇਰਡ ਕਹਿ ਕੇ ਨਿਕਲ ਜਾਂਦਾ ਸੀ। ਇਹ ਪੰਚ ਲਾਈਨ ਉਸ ਨੇ ਅਮਰੀਕਾ ਦੇ ਘਰ ਘਰ ਦੇ ਵਿੱਚ ਉਸ ਨੂੰ ਪਹਿਚਾਣ ਬਣਾਈ। ਇਸ ਸ਼ੋਅ ਦੇ ਦੌਰਾਨ 14 ਸੀਜ਼ਨ ਬ੍ਰਾਡਕਾਸਟ ਹੋਏ। ਇਸ ਸ਼ੋਅ ਦੇ ਜ਼ਰੀਏ ਟਰੰਪ ਇੱਕ ਫੇਮਸ ਮੀਡੀਆ ਪਰਸਨੈਲਿਟੀ ਬਣ ਗਿਆ, ਜਿਵੇਂ ਮੋਦੀ ਸਾਹਿਬ ਮਨ ਕੀ ਬਾਤ ਕਰਦੇ ਆ ਨਾ। ਟਰੰਪ ਹਾਲੀਵੁੱਡ ਦੀਆਂ ਫਿਲਮਾਂ ਅਤੇ ਸੀਰੀਜ਼ ਦੇ ਵਿੱਚ ਵੀ ਐਕਟਿੰਗ ਕਰਦਾ ਹੈ। ਟਰੰਪ ਨੇ ਪਹਿਲੀ ਵਾਰ 1999 ਦੇ ਵਿੱਚ ਗੋਸਟ ਕਾਂਟ ਡੂ ਇਟ ਫਿਲਮ ਦੇ ਵਿੱਚ ਕੰਮ ਕੀਤਾ। ਇਸ ਫਿਲਮ ਦੇ ਵਿੱਚ ਉਸਨੇ ਆਪਣਾ ਕਿਰਦਾਰ ਪਲੇ ਕੀਤਾ। ਇਸ ਤੋਂ ਇਲਾਵਾ ਉਸਨੇ ਹੋਮ ਅਲੋਨ 2, ਲੈਸਟ ਇਨ ਨਿਊਯਾਰਕ, ਦ ਲਿਟਲ ਰਸਕਲ, ਸੈਕਸ ਐਂਡ ਦ ਸਿਟੀ ਵਰਗੀਆਂ 30 ਫਿਲਮਾਂ 'ਚ ਅਤੇ ਸੀਰੀਜ਼ ਦੇ ਵਿੱਚ ਕੰਮ ਕੀਤਾ। ਰੈਸਲਿੰਗ ਦੀ ਦੁਨੀਆ ਦੇ ਵਿੱਚ ਇਸਨੇ ਖੂਬ ਆਪਣੇ ਆਪ ਨੂੰ ਅਜਮਾਇਆ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ 1988 ਦੇ ਵਿੱਚ ਅਤੇ 1999 ਦੇ ਵਿੱਚ ਰੈਸਲਮੇਨੀਆ ਨੂੰ ਸਪੋਂਸਰ ਕੀਤਾ। 1991 ਅਤੇ 2004 ਦੇ ਵਿੱਚ ਉਸਨੇ WWF ਦੇ ਵਿੱਚ ਵੀ ਆਪਣਾ ਰੋਲ ਨਿਭਾਇਆ। ਇਸ ਤੋਂ ਇਲਾਵਾ 2007 ਦੇ ਵਿੱਚ ਉਸਨੇ WWF ਦੇ ਸਾਬਕਾ CEO ਵਿੰਸ ਮੈਕਮੋਹਨ ਦੇ ਨਾਲ ਬੈਟਲ ਆਫ ਬਿਲੀਨੀਅਰ ਦੀ ਫਾਈਟ ਕੀਤੀ। ਇਸ ਦੌਰਾਨ ਟਰੰਪ ਨੇ ਮੈਕਮੋਹਨ ਦੇ ਸਿਰ 'ਤੇ ਸ਼ੇਪ ਕੀਤੀ, ਰੇਜ਼ਰ ਫੇਰਿਆ ਅਤੇ ਉਸ ਨੂੰ ਗੰਜਾ ਕੀਤਾ। ਇਸ ਤਰ੍ਹਾਂ ਟਰੰਪ ਖੁਦ ਨੂੰ ਇੱਕ ਸੈਲੀਬ੍ਰਿਟੀ ਫੇਸ ਦੇ ਤੌਰ 'ਤੇ ਲੋਕਾਂ ਸਾਹਮਣੇ ਪੇਸ਼ ਕਰਦਾ ਹੈ ਅਤੇ ਟਰੰਪ ਮੈਕਮੋਹਨ ਦੇ ਸਿਰ ਨੂੰ ਉਸ ਤਰ੍ਹਾਂ ਨਾਲ ਜਿਹੜਾ ਹੈਗਾ ਉਸ 'ਤੇ ਵਾਲ ਕੱਟਦਾ ਹੈ। ਅਤੇ ਜਿਸ ਦੌਰਾਨ ਬ੍ਰਿਟੈਨਿਕਾ ਦੀ ਰਿਪੋਰਟ ਦੇ ਮੁਤਾਬਕ ਟਰੰਪ 1980 ਦੇ ਦਹਾਕੇ ਦੇ ਵਿੱਚ ਹੀ ਰਾਸ਼ਟਰਪਤੀ ਦੀ ਦੌੜ ਦੇ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਬਿਆਨਬਾਜ਼ੀ ਕਰਦਾ ਰਿਹਾ। ਹਾਲਾਂਕਿ ਟਰੰਪ ਦੇ ਇਹਨਾਂ ਬਿਆਨਾਂ ਨੂੰ ਉਦੋਂ ਪਬਲਿਸਿਟੀ ਸਟੰਟ ਦੇ ਤੌਰ 'ਤੇ ਦੇਖਿਆ ਜਾਂਦਾ ਸੀ। ਟਰੰਪ ਦੀ ਸ਼ੁਰੂਆਤ ਰਿਪਬਲਿਕ ਪਾਰਟੀ ਦੇ ਰਜਿਸਟਰਡ ਵੋਟਰ ਦੇ ਤੌਰ 'ਤੇ ਸੀ। ਸਾਲ 2000 ਦੇ ਵਿੱਚ ਟਰੰਪ ਨੇ ਰਿਪਬਲਿਕਨ ਪਾਰਟੀ ਦੀ ਬਜਾਏ ਰਿਫਾਰਮ ਪਾਰਟੀ ਦੇ ਵਿੱਚ ਆਪਣਾ ਰਜਿਸਟ੍ਰੇਸ਼ਨ ਕਰਾ ਦਿੱਤਾ। ਸਾਲ 2000 ਦੇ ਵਿੱਚ ਉਸਨੇ ਰਿਫਾਰਮ ਪਾਰਟੀ ਤੋਂ ਖੁਦ ਨੂੰ ਉਮੀਦਵਾਰ ਐਲਾਨ ਦਿੱਤਾ, ਲੇਕਿਨ 4 ਮਹੀਨਿਆਂ ਬਾਅਦ ਨਾਮ ਵਾਪਸ ਲੈ ਲਿਆ। ਟਰੰਪ ਨੇ ਬਾਅਦ ਦੇ ਵਿੱਚ ਫਿਰ ਰਿਪਬਲਿਕਨ ਪਾਰਟੀ ਜੁਆਇਨ ਕੀਤੀ। 2012 ਦੇ ਵਿੱਚ ਟਰੰਪ ਇੱਕ ਵਾਰੀ ਫਿਰ ਰਾਸ਼ਟਰਪਤੀ ਉਮੀਦਵਾਰ ਦਾ ਮਜ਼ਬੂਤ ਉਮੀਦਵਾਰ ਬਣਿਆ ਅਤੇ ਇਸ ਦੌਰਾਨ ਟਰੰਪ ਨੇ ਰਾਸ਼ਟਰਪਤੀ ਚੋਣ ਦੀ ਲੜਾਈ ਦਾ ਐਲਾਨ ਨਹੀਂ ਕੀਤਾ, ਸਗੋਂ ਤਤਕਾਲੀਨ ਰਾਸ਼ਟਰਪਤੀ ਬਰਾਕ ਓਬਾਮਾ ਦੀ ਅਮਰੀਕਨ ਪੈਦਾਇਸ਼ ਨੂੰ ਲੈ ਕੇ ਕਈ ਸਵਾਲ ਉਠਾਏ, ਜਿਸ ਦੇ ਜ਼ਰੀਏ ਉਸਨੇ ਖੂਬ ਸੁਰਖੀਆਂ ਬਟੋਰੀਆਂ ਕਿ ਇਹ ਵਿਦੇਸ਼ੀ ਹੈ, ਇਹਦਾ ਅਮਰੀਕਾ 'ਚ ਕੀ ਰੋਲ ਹੈ। ਨਾ ਇਹਦੀਆਂ ਘਰ ਵਾਲੀਆਂ ਟਰੰਪ ਦੀਆਂ ਅਮਰੀਕਨ ਸੀ ਅਤੇ ਨਾ ਇਹਦਾ ਪਿਓ ਅਮਰੀਕਨ ਸੀ, ਜਰਮਨ 'ਚੋਂ ਭੱਜਿਆ ਹੋਇਆ ਭਗੌੜਾ ਸੀ, ਫੌਜ 'ਚ ਭਰਤੀ ਹੋਣ ਦੇ ਡਰੋਂ। ਮਤਲਬ ਇਹ ਬਰਾਕ ਓਬਾਮਾ ਨੂੰ ਭਿੰਡਦਾ ਸੀ, ਰੇਸਿਸਟ ਸੀਗਾ। ਅਤੇ ਟਰੰਪ ਅਧਿਕਾਰਤ ਤੌਰ 'ਤੇ 2015 ਦੇ ਵਿੱਚ ਅਮਰੀਕਾ ਦੀ ਰਾਜਨੀਤੀ 'ਚ ਕੁੱਦਿਆ ਔਰ ਰਿਪਬਲਿਕਨ ਪਾਰਟੀ ਦੀ ਤਰਫੋਂ ਉਮੀਦਵਾਰ ਦੇ ਤੌਰ 'ਤੇ ਚੋਣਾਂ ਲੜਨ ਦਾ ਉਸਨੇ ਐਲਾਨ ਕੀਤਾ। ਟਰੰਪ ਨੇ ਮੇਕ ਅਮਰੀਕਾ ਗ੍ਰੇਟ ਅਗੇਨ ਇਹ ਨਾਅਰਾ ਦੇ ਕੇ ਆਪਣਾ ਪ੍ਰਚਾਰ ਸ਼ੁਰੂ ਕੀਤਾ, ਜਿਵੇਂ ਮੇਕ ਇਨ ਇੰਡੀਆ ਇੱਧਰਲਿਆਂ ਨੇ ਕੀਤਾ। ਰਿਪਬਲਿਕਨ ਪਾਰਟੀ ਦੇ ਪ੍ਰਾਇਮਰੀ ਚੋਣਾਂ ਦੇ ਦੌਰਾਨ ਫਰਵਰੀ 2016 ਦੇ ਸ਼ੁਰੂਆਤ ਦੇ ਵਿੱਚ ਆਇਓਵਾ ਦੇ ਵਿੱਚ ਟਰੰਪ ਨੇ ਹਾਰ ਦਾ ਸਾਹਮਣਾ ਕਰਨਾ ਪਿਆ, ਲੇਕਿਨ ਜਲਦੀ ਹੀ ਵਾਪਸੀ ਕਰਦੇ ਹੋਏ ਉਸਨੇ ਹੋਰ ਰਾਜਾਂ ਦੇ ਵਿੱਚ ਪ੍ਰਾਇਮਰੀ ਚੋਣਾਂ ਜਿੱਤਣ 'ਚ ਸਫਲਤਾ ਹਾਸਲ ਕੀਤੀ। 2016 ਦੇ ਵਿੱਚ ਆਖਰੀ 2 ਉਮੀਦਵਾਰ ਟੈਡ ਕਰੂਜ਼ ਅਤੇ ਜਾਨ ਕੈਸਪ ਰੇਸ 'ਚੋਂ ਬਾਹਰ ਹੋ ਗਏ, ਜਿਸ ਤੋਂ ਬਾਅਦ ਟਰੰਪ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਉਮੀਦਵਾਰ ਬਣ ਗਏ। 2016 ਦੇ ਵਿੱਚ ਰਾਸ਼ਟਰਪਤੀ ਚੋਣ ਦੇ ਵਿੱਚ ਟਰੰਪ ਦਾ ਮੁਕਾਬਲਾ ਡੈਮੋਕ੍ਰੇਟਿਕ ਪਾਰਟੀ ਦੀ ਹਿਲੇਰੀ ਕਲਿੰਟਨ ਨਾਲ ਹੋਇਆ। ਟਰੰਪ ਨੇ ਚੋਣ ਦੇ ਦੌਰਾਨ ਹਿਲੇਰੀ ਨੂੰ ਮੁਕਾਬਲੇ ਦੇ ਸਮੇਂ 28 ਲੱਖ ਵੋਟ ਘੱਟ ਮਿਲੇ ਅਤੇ ਇਲੈਕਟਰਲ ਵੋਟ ਟਰੰਪ ਕੋਲ ਜ਼ਿਆਦਾ ਸੀ ਅਤੇ ਇਸ 'ਤੇ ਟਰੰਪ 2017 ਦੇ ਵਿੱਚ ਅਮਰੀਕਾ ਦਾ ਸਦਰ ਬਣਦਾ ਹੈ। ਡੋਨਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਟਰੰਪ ਨੇ ਮਾਈਗ੍ਰੇਸ਼ਨ ਨੂੰ ਲੈ ਕੇ ਸਖਤ ਰਵੱਈਆ ਅਪਣਾਇਆ ਪ੍ਰਵਾਸੀਆਂ 'ਤੇ। ਆਪਣੇ ਕਾਰਜਕਾਲ ਦੇ ਦੌਰਾਨ ਟਰੰਪ ਨੇ ਅਮਰੀਕਾ ਅਤੇ ਮੈਕਸੀਕੋ ਬਾਰਡਰ 'ਤੇ ਕੰਧ ਬਣਾਉਣ ਦੀ ਯੋਜਨਾ 'ਤੇ ਕੰਮ ਸ਼ੁਰੂ ਕੀਤਾ ਅਤੇ ਰਾਸ਼ਟਰਪਤੀ ਰਹਿੰਦੇ ਹੋਏ ਟਰੰਪ ਨੇ ਕਈ ਮੁਸਲਮਾਨ ਦੇਸ਼ਾਂ ਦੇ ਵਿੱਚ ਤੋਂ ਅਮਰੀਕਾ ਆਉਣ ਵਾਲੇ ਪ੍ਰਵਾਸੀਆਂ 'ਤੇ ਐਂਟਰੀ ਬੈਨ ਕਰਾਈ, ਜਿਸ ਨਾਲ ਉਸ ਨੂੰ ਮੁਸਲਮਾਨਾਂ ਦੇ ਖਿਲਾਫ ਜੋ ਹੇਟ ਸੀ ਉਸ ਨੂੰ ਕੈਸ਼ ਕਰਨ ਦਾ ਮੌਕਾ ਮਿਲਿਆ।
खास करके भाजपा एंड कंपनी, फिर आप की बार ट्रंप सरकार ਤਾਂ ਹੀ ਚੱਲਿਆ। सो ट्रंप राष्ट्रपति ਰਹਿੰਦੇ ਅਰਬਪਤੀਆਂ ਨੂੰ ਲਾਭ ਪਹੁੰਚਾਉਣ ਦਾ ਵੀ ਦੋਸ਼ੀ ਰਿਹਾ। ट्रंप ने 2017 ਦੇ ਵਿੱਚ ਟੈਕਸ ਕਟਸ ਐਂਡ ਜੌਬਸ ਐਕਟ ਲਾਗੂ ਕੀਤਾ, ਜਿਸ ਦੇ ਜ਼ਰੀਏ ਵੱਡੀਆਂ ਕੰਪਨੀਆਂ ਤੇ ਅਮੀਰ ਵਿਅਕਤੀਆਂ ਲਈ ਟੈਕਸਾਂ 'ਚ ਕਟੌਤੀ ਦਿੱਤੀ ਗਈ। ਜਾਣੀ ਉਹੀ ਹਮ ਦੋ ਹਮਾਰੇ ਦੋ, ਅੰਬਾਨੀ ਅਡਾਨੀ ਐਂਡ ਕੰਪਨੀ ਵਾਲਾ ਸਿਲਸਿਲਾ ਇਹਨੇ ਕੀਤਾ। ਰਾਸ਼ਟਰਪਤੀ ਰਹਿੰਦੇ ਟਰੰਪ ਦੇ ਖਿਲਾਫ 2 ਵਾਰ ਮਹਾਯੋਗ ਵੀ ਲਿਆਂਦਾ ਗਿਆ। ਪਹਿਲੀ ਵਾਰ 19 ਦੇ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਜੋ ਬਾਈਡਨ ਦੀ ਜਾਂਚ ਨੂੰ ਲੈ ਕੇ ਦਬਾਅ ਡਾਲਦੇ ਰਹੇ, ਤੇ ਜਦੋਂ ਕਿ ਦੂਸਰਾ ਮਹਾਯੋਗ 2021 ਦੇ ਵਿੱਚ ਕੈਪੀਟਲ ਦੰਗਿਆਂ ਨੂੰ ਉਕਸਾਉਣ ਦਾ ਦੋਸ਼ ਉਸ 'ਤੇ ਲੱਗਿਆ, ਤੇ ਦੋਨੇ ਵਾਰ ਸੈਨੇਟ ਨੇ ਉਸ ਨੂੰ ਬਰੀ ਕਰ ਦਿੱਤਾ। ट्रंप ने विदेश नीति के मामले च अमेरिका फस्ट की पॉलिसी ते जोर दिता। उसने पैरिस जलवायु समझौते ते ईरान परमाणु समझौते तो अमेरिका नूं बाहर कर लिया। राष्ट्रपति रहंदे ट्रंप ने नॉर्थ कोरिया के तानाशाह किंग जॉन दे नाल भी मुलाकात की। ट्रंप ने रिपब्लिकन पार्टी ते कब्जा किवें कीता। ट्रंप हुण राजनीति ਦੇ ਵਿੱਚ ਆਇਆ ਤਾਂ ਉਸਨੇ ਰਿਪਬਲਿਕਨ ਪਾਰਟੀ ਦੇ ਵਿੱਚ ਕਈ ਅਜਿਹੇ ਲੋਕ ਜਿਨ੍ਹਾਂ ਬਾਰੇ ਕਿਹਾ ਜਾਂਦਾ ਸੀ ਕਿ ਕਿਸੇ ਵੀ ਕੀਮਤ 'ਤੇ ਟਰੰਪ ਦਾ ਸਮਰਥਨ ਨਹੀਂ ਕਰਨਗੇ, ਤੇ ਆਖਰ ਉਹਨਾਂ ਨੂੰ ਟਰੰਪ ਦਾ ਸਮਰਥਨ ਕਰਨਾ ਪਿਆ। ਇਹਨੇ ਇੱਦਾਂ ਗੇਮ ਘੁਮਾਈ। ਅਮਰੀਕਨ ਰਾਜਨੀਤੀ ਦੇ ਜਾਣਕਾਰ ਜੈਰੋਮੀ ਪੀਟਰਸ ਨੇ ਆਪਣੀ ਕਿਤਾਬ ਐਮਰਜੈਂਸੀ ਇੰਸੀਡੈਂਸੀ ਦੇ ਵਿੱਚ ਲਿਖਿਆ ਕਿ ਟਰੰਪ ਰਾਜਨੇਤਾ ਉਸ ਦਾ ਨਾ ਹੋਣਾ ਉਸ ਦਾ ਸਭ ਤੋਂ ਵੱਡਾ ਹਥਿਆਰ ਬਣਿਆ। ट्रंप ने जिमें ही बयान कोई दिता तो जिमें नेता दिंदा तो उसकी राजनीति खत्म हो जाती है। दरअसल ट्रंप राजनीति के बारे कुछ भी बेहतर उसनों नहीं पता, लेकिन इस लिए वो बिना किसी डर तो अपनी गल कह दिंदा। बेबाक है, बोल्ड है, बड़बोला आ। इस दौरान आक्रामक बयान देने करके सब तो पहला वो रूढ़ीवादी वोटर नूं पसंद आउंदा। उसने गर्भपात के मुद्दे ते अजिहे बयान दिते जो जॉर्ज बुश और मिंट रोमनी वर्गे दिग्गज रिपब्लिकन नेता दबी आवाज़ भी ना कह सके। ट्रंप ने खुल के आख्या कि अजिहे जजां की नियुक्ति करेगा जो अमेरिका दे विच गर्भपात के अधिकार के फैसले नूं पलट देणगे। ट्रंप ने अजिहा ही किया। इस वजह करके ट्रंप के समर्थन दे विच करोड़ां रिपब्लिकन एकजुट हो गए। साल 2020 दे विच चोणां हारन तो बाद राष्ट्रपति उम्मीदवार के तौर पर कोई भी रिपब्लिकन नेता ट्रंप नूं रिपलेस नहीं कर पाया। ट्रंप ने एक एक करके सब तो पहला पार्टी के विरोधियों नूं हराया, फिर राष्ट्रपति उम्मीदवार के तौर पर 2014 के चोणों के जगह पक्की की। असल में पैसा है ना, सब का प्यो पैसा है, रुपईया सब का भणवईया कहा जाता ना। तो हुण जिहड़ा मुल्क ही रुपईया वाला होवे तो उत्थे फिर पैसा क्यों नहीं चलूगा। वो कहते हैं ना कि पानी डोलिया तिलकण नूं वीरे उठ गए रुपईया वाली मिरकण नूं। ਜਿਹੜੀ ਮਿਰਕਣ ਚੱਲਦੀ ਹੀ ਰੁਪਈਆਂ ਨਾਲ ਹੋਵੇ ਤੇ ਉੱਥੇ ਰੁਪਈਆ ਫਿਰ ਟਰੰਪ ਤੋਂ ਵੱਧ ਕਿਹਦੇ ਕੋਲ ਹੋ ਸਕਦਾ। ਸੋ ਇਸ ਕਰਕੇ ਕੌਣ ਪੁੱਛਦਾ ਸਿਧਾਂਤ ਨੂੰ, ਕੌਣ ਪੁੱਛਦਾ ਇਨਸਾਨੀਅਤ ਨੂੰ, ਕੌਣ ਪੁੱਛਦਾ ਸੱਚ ਨੂੰ। ਪੈਸੇ ਵਾਲੇ ਦੇ ਸਾਲੇ ਬਣਨ ਨੂੰ ਬਹੁਤੇ ਤਿਆਰ ਹੋ ਜਾਂਦੇ ਨੇ। ਸੋ ਇਸ ਕਰਕੇ ਲੋਕਾਂ ਨੂੰ ਲੱਗਦਾ ਹੈ ਦੇਖੋ ਉਹ ਬਹੁਤਾ ਭੰਡਾਰਾ ਆਪਣਾ ਭਰੇਗਾ, ਆਪਣੇ ਕਾਰਪੋਰੇਟ ਦਾ ਭਰੇਗਾ, ਤੇ ਜਿਹੜੇ ਮਾਤੜ ਨੇ ਜਿਹੜੇ ਲੋੜਵੰਦ ਨੇ ਉਹਨਾਂ ਤੇ ਜ਼ੁਲਮ ਹੋਰ ਹੋਣਗੇ। ਰਾਈਟ ਵਿੰਗ ਕਾਮਯਾਬ ਹੋਏਗਾ। ਜਿਹੜਾ ਖੱਬਾ ਪੱਖ ਹੈ ਜਿਹੜਾ ਦਿਲ ਦੀ ਸੁਣਦਾ ਹੈ ਉਹਦੀ ਕੌਣ ਸੁਣੇਗਾ। ਸੱਜਾ ਹੱਥ ਭਾਰੂ ਹੋਏਗਾ ਨਾ। ਹਾਲਾਂਕਿ ਖੱਬਾ ਹੱਥ ਰੋਟੀ ਖਾਣ ਵੇਲੇ ਬਥੇਰੇ ਅਖੌਤੀ ਲੋਕ ਵਰਤਦੇ ਨੇ ਕਿ ਪਵਿੱਤਰ ਹੈ, ਪਰ ਖੱਬੇ ਹੱਥ ਦੀ ਪੁੱਛਦਾ ਕੌਣ ਹੈ, ਦਿਲ ਦੀ ਗੱਲ ਸੁਣਦਾ ਕੌਣ ਹੈ। ਦਿਮਾਗ ਨਾਲ ਚੱਲਦੇ ਆ ਸਿਲਸਿਲਾ ਦੁਨੀਆ ਦਾ। ਸੋ ਇਸ ਮਾਮਲੇ ਦੇ ਵਿੱਚ ਜਿਹੜਾ ਭਾਰਤ ਵੰਸ਼ੀ ਕਮਲਾ ਹੈਰਿਸ ਦੀ ਵੀ ਕਹਾਣੀ ਆ। 30 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਨਾਲ ਉਸਨੇ ਅਫੇਅਰ ਕੀਤਾ, ਆਪਣੇ ਤੋਂ 30 ਸਾਲ ਵੱਡੇ ਨਾਲ। ਵਿਰੋਧੀਆਂ ਨੇ ਉਸਨੂੰ ਮਿਸਟ੍ਰੈਸ ਵੀ ਕਿਹਾ, ਮੈਡਮ ਵੀ ਕਿਹਾ। ਰਾਸ਼ਟਰਪਤੀ ਨਹੀਂ ਬਣ ਸਕੀ। ਕਮਲਾ ਜਿਸ ਨੇ ਇੱਕ ਭਾਰਤ ਵੰਸ਼ੀ ਮਹਿਲਾ ਦੇ ਘਰੇ ਜਨਮ ਲਿਆ, ਆਪਣੇ ਬੱਚੇ ਪੈਦਾ ਕਰਨ ਦੀ ਬਜਾਏ 2 ਸਤੌਲੇ ਬੱਚਿਆਂ ਦੀ ਪਰਵਰਿਸ਼ ਕੀਤੀ। ਗੈਰ ਗੋਰੀ ਹੋ ਕੇ ਵੀ ਉਸਨੇ ਅਮਰੀਕਾ ਦੇ ਪੁਰਸ਼ ਪ੍ਰਧਾਨ ਪੋਲੀਟਿਕਸ ਦੇ ਵਿੱਚ ਸਭ ਤੋਂ ਵੱਡੇ ਅਹੁਦੇ ਦੀ ਉਮੀਦਵਾਰੀ ਹਾਸਲ ਕੀਤੀ, ਤੇ ਆਪਣੇ ਆਪ ਨੂੰ ਵਾਈਟ ਸਕਿਨ ਦਾ ਠੇਕੇਦਾਰ ਕਹਿਣ ਵਾਲੇ ਨਾਲ ਉਸਨੇ ਮੁਕਾਬਲਾ ਲੜਿਆ ਕਮਲਾ ਹੈਰਿਸ ਨੇ, ਪਰ ਆਖਰ ਹਰਾਸ਼ ਹੋਣਾ ਪਿਆ। ਤੇ ਜਿਸ ਦੇ ਵਿੱਚ 21 ਜੁਲਾਈ ਨੂੰ ਮਿਸ਼ੀਗਨ ਦੀ ਰੈਲੀ ਦੇ ਦੌਰਾਨ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਗੱਲ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਨੂੰ ਲੈ ਕੇ ਕਹੀ ਸੀ। मैं उसनूं लाफिंग कमला कहता हूँ ਜਦੋਂ मैं उसनूं हसदा वेखदा।
वो पागलों की तरह हसी जाती है, वो पागल है, झूठी है, ये गल कही, जानी इस तरह के बयान। कमला हैरिस का जन्म 20 अक्तूबर 1964 ਨੂੰ कैलीफोर्निया के आकलैंड ਵਿੱਚ ਹੋਇਆ। ਉਹਦੇ ਘਰੇ ਉਹ ਦੋ ਪ੍ਰਵਾਸੀਆਂ ਦੇ ਘਰੇ ਜੰਮੀ। उसकी माँ श्यामा गोपालन ग्रैजुएशन तो बाद 19 साल की उम्र की सी जदों भारत के तमिलनाडु तो अमेरिका चली गई। 1958 का दौर से जदों कमला जिहड़े कथित काले लोग कहे जाते हैं उन्होंने के अधिकारों लिए अपनी लड़ाई लड़ी तो उसकी मुलाकात जमैका के एक लड़के डोनाल्ड हैरिस के नाल हुई। जानी ना इसका भी डोनाल्ड पैंदा इसके पिता का। तो दोनों गैर गोरे सन तो जिस दौरान इन्होंने देशों के अमेरिका आए सन जिथे सालों तक अंग्रेज़ों की हुकूमत रही है, भावें इंडिया तो भावें जिहड़ा जमैका है। ये समानतावां उन्होंने नेड़े लाइया, दोनों च प्यार होया। असमानता ते रंग भेद के खिलाफ दोनों ने इकट्ठे प्रदर्शन किए। श्यामला का ये योजना सी, इसकी माँ श्यामला गोपालन की जो तमिलनाडु की सी कि पढ़ाई करके भारत वापस जाएगी, पर वो वापस ना जा सकी। तो डोनाल्ड हैरिस जो जमैका का सी उस दे नाल श्यामला का प्यार सी जिहड़ा उसनूं अमेरिका दे विच रखण लई मजबूर कर गया। 1963 दे विच इस कमला की माँ ते प्यो ने शादी कर ली, श्यामा गोपालन ते डोनाल्ड हैरिस ने। हैरिस इसके प्यो का गोत है जो जमैका का सीगा, गैर गोरा सी, काला सी। कमला श्यामा ते डोनाल्ड की पहली संतान है। तो न्यूयॉर्क टाइम के मुताबिक कमला छोटी उम्र की सी जदों श्यामला ते डोनाल्ड उसनूं पालने दे विच रख के प्रदर्शनां लई चले जाते सन। कमला हैरिस अपनी छोटी भैन सी जिहड़ी उसकी माया हैरिस दे नाल सी, दोनों भैणां सी। इन्हां दोनों नूं घरे छड्ड के दोने इन्हां दे माँ प्यो जिहड़े काले लोकां दे खिलाफ धक्के हुंदे सन उन्हां प्रदर्शनां 'च जांदे सन। कमला के जन्म तो 3 साल बाद उसकी छोटी भैन माया हैरिस पैदा हुई। हालांकि उस वक्त उसके माता पिता दे विच मतभेद वधन लगे। एक इंटरव्यू दे विच कमला हैरिस ने दस्सिया कि उसके माता पिता का रिश्ता तेल अते पानी वर्गा हो गया, नाल नहीं टिक सकिया। नतीजा यह निकलिया कि दोनों ने शादी तो 9 साल बाद 1972 दे विच तलाक लै लिया। इस तो बाद कमला सिर्फ 7 साल की सी उस वक्त। तो उसकी कस्टडी लई उसकी माँ श्यामा ते पिता डोनाल्ड हैरिस के दरम्यान कैलीफोर्निया की अदालत विच लड़ाई चली। आखिर उन्होंने माँ की जित हुई। कैलीफोर्निया दे विच कमला ते अपनी माया जिहड़ी छोटी भैन सी ते उसकी माँ श्यामला इकट्ठे रहन लगे। श्यामला ने डोनाल्ड नाल तलाक तो बाद दूसरी शादी नहीं की, अपनी धीआं नूं पालिया। कमला के पिता डोनाल्ड हैरिस ने अपनी किताब रिफ्लैक्शन ऑफ ए जमैकन फादर दे विच लिखा कि उस वक्त कोर्ट ने मन्निया कि बाप अपने बच्चों की परवरिश नहीं कर सकता। तो उपरों मैं एक गैर गोरा सी, काला सी, तो जिस दौरान असी सोच भी नहीं सकते कि लेकिन सोच सी कि असी अपने बच्चों को जिवें शायद नाश्ते च खा जावांगे, ये लोग साढ़े बारे सोच। इस दे बावजूद मैं अपने बच्चों का प्यार हासिल करने की बड़ी कोशिश की ते अपनी धी नूं गोदी चुक के ये गल डोनाल्ड हैरिस अपनी किताब दे विच फोटो समेत लिखदा है। तलाक तो बाद कमला ते हैरिस ते उसकी भैन माया की परवरिश उसकी माँ ने की, जिस दे चलदिआं उस ते भारतीय संस्कृति का काफ़ी असर है। कमला की माँ तामिल मूल की ब्राह्मण है, गोपालन यानी ब्राह्मण भाईचारे चों, पर उन्हां दा मनना कि देवियां नूं पूजन वाली संस्कृति औरतां नूं मजबूत अते साहसी बनाउंदी है। पति के डिवोर्स होने के बावजूद भी कमला हैरिस की माँ श्यामा गोपालन ने बेटियां नूं ना सिर्फ भारतीय सिक्ख्या ही दी बल्कि अपने पिता की अफ्रीकी संस्कृति की भी सिक्ख्या दी, इंसानियत नूं प्यार सिखाया। अपनी बायोग्राफी दी ट्रुथ वी होल्ड द अमेरिकन जर्नी दे विच कमला ने लिखा कि मेरी माँ ने ये मैनू चंगी तरह समझाया कि जिस दे नाल मैं 2 सांवलियां लड़कियां की परवरिश कर रही हाँ, उन्हां दे विच मैं आत्म विश्वास ते उम्मीदां भरियां ने। कमला हैरिस जदों 5 साल की सी तो अमेरिका के इतिहास के सब तो अहम सोशल एक्सपैरीमेंट शामिल हुई। अमेरिका के विच रंग भेद बहुत वधिया होया सी। काले बच्चों के लिए अलग अलग स्कूल होया करते सन, काले ते गोरे। 1994 दे विच 1954 दे विच इस व्यवस्था नूं असंविधानक करार दिता गया सीगा। इस दे बावजूद जमीनी हकीकतां नहीं बदलियां। वाइट पेरेंट्स सड़कों ते उतर आए, वो नहीं सी चाहुंदे कि उन्हां दे बच्चे कालियां दे नाल पढ़न। सरकार ने हालात सुधारन लई सिस्टम शुरू किया जिस दे तहत
ਬੱਚਿਆਂ ਨੂੰ ਇੱਕ ਬੱਸ ਦੇ ਜ਼ਰੀਏ ਵੱਡੇ ਮਾਡਰਨ ਸਕੂਲਾਂ ਦੇ ਵਿੱਚ ਪਹੁੰਚਾਇਆ ਗਿਆ, ਜਿੱਥੇ ਜ਼ਿਆਦਾ ਚਿੱਟੇ ਬੱਚੇ ਪੜ੍ਹਦੇ ਸਨ, ਗੋਰੇ ਬੱਚੇ ਪੜ੍ਹਦੇ ਸਨ। ਉਹਨਾਂ ਦੇ ਵਿੱਚ ਕਮਲਾ ਹੈਰਿਸ ਵੀ ਸੀ, ਜੋ ਗੋਰਿਆਂ ਦੇ ਸਕੂਲ ਦੇ ਵਿੱਚ ਪੜ੍ਹੀ, ਗੋਰੇ ਬੱਚਿਆਂ ਨਾਲ ਪੜ੍ਹੀ। ਅਤੇ ਮਾਂ ਨੂੰ, ਉਸਦੀ ਨੂੰ, ਕਮਲਾ ਦੀ ਨੂੰ ਕੈਨੇਡਾ ਦੀ ਨੌਕਰੀ ਮਿਲ ਗਈ, ਅਤੇ ਜਿਸ ਕਰਕੇ ਕਮਲਾ ਹੈਰਿਸ ਦੀ ਮਾਂ ਗੋਪਾਲਨ ਨੇ, ਜਦੋਂ ਕਮਲਾ 12 ਸਾਲ ਦੀ ਸੀ ਤਾਂ ਉਹ ਕੈਨੇਡਾ ਜੌਬ ਕਰਨ ਜਾਣ ਲੱਗੀ, ਅਮਰੀਕਾ ਛੱਡ ਦਿੱਤਾ। ਅਤੇ ਉਸਦੀ ਮਾਂ ਨੇ ਉੱਥੇ ਮੈਗਿਲ ਯੂਨੀਵਰਸਿਟੀ ਦੇ ਵਿੱਚ ਟੀਚਰ ਦੀ ਨੌਕਰੀ ਹਾਸਲ ਕੀਤੀ। ਹਾਲਾਂਕਿ ਅਮਰੀਕਾ ਛੱਡਣਾ ਕਮਲਾ ਹੈਰਿਸ ਨੂੰ ਚੰਗਾ ਨਹੀਂ ਸੀ ਲੱਗ ਰਿਹਾ। ਸੋ ਇਸ ਤਰ੍ਹਾਂ ਦੀ ਜ਼ਿੰਦਗੀ ਕਮਲਾ ਹੈਰਿਸ ਅਤੇ ਉਸਦੀ ਭੈਣ ਮਾਇਆ ਦੀ ਹੈ। ਅਤੇ ਜਿਸ ਦੌਰਾਨ ਕੈਨੇਡਾ ਦੇ ਸਕੂਲ ਦੇ ਵਿੱਚ ਉਸਨੇ ਪੜ੍ਹਾਈ ਹਾਸਲ ਕੀਤੀ ਅਤੇ ਫਿਰ ਉਹ ਵਾਪਸ ਅਮਰੀਕਾ ਲੌਟੀਆਂ, ਕਿਉਂਕਿ ਅਮਰੀਕਨ ਸੀ। ਹਾਵਰਡ ਯੂਨੀਵਰਸਿਟੀ ਵਿੱਚ ਉਸਨੇ ਦਾਖਲਾ ਲਿਆ। ਹਾਲਾਂਕਿ ਜੇ ਕਮਲਾ ਦੀ ਪਰਸਨਲ ਲਾਈਫ ਵੇਖੀ ਜਾਵੇ ਤਾਂ ਆਪਣੇ ਤੋਂ 30 ਸਾਲ ਵੱਡੇ ਵਿਅਕਤੀ ਨਾਲ ਉਸਨੇ ਅਫੇਅਰ ਸ਼ੁਰੂ ਕੀਤਾ। ਲੋਕਾਂ ਨੇ ਉਸਨੂੰ ਮਿਸਟਰਸ ਤੱਕ ਕਿਹਾ। ਹਾਵਰਡ ਪੋਲੀਟੀਕਲ ਸਾਇੰਸ ਗ੍ਰੈਜੂਏਸ਼ਨ ਤੋਂ ਬਾਅਦ ਕਮਲਾ ਨੇ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ 1999 ਦੇ ਵਿੱਚ ਕਾਨੂੰਨ ਦੀ ਪੜ੍ਹਾਈ ਪੂਰੀ ਕੀਤੀ। 1990 ਦੇ ਵਿੱਚ ਉਸਨੇ ਕੈਲੀਫੋਰਨੀਆ ਦੀ ਸਟੇਟ ਕੌਂਸਲ ਦੇ ਵਿੱਚੋਂ ਸ਼ਾਮਲ ਹੋਈ ਤਾਂ ਅਸਿਸਟੈਂਟ ਦੇ ਤੌਰ 'ਤੇ ਕੰਮ ਕਰਨ ਲੱਗੀ। 1954 ਦੇ ਵਿੱਚ ਉਸ ਦੀ ਮੁਲਾਕਾਤ 60 ਸਾਲ ਦੇ ਬਿੱਲੀ ਬਰਾਊਨ ਨਾਲ ਹੋਈ। ਉਸ ਵਕਤ ਕੈਲੀਫੋਰਨੀਆ ਦੀਆਂ ਵਿਧਾਨ ਸਭਾ ਦਾ ਉਹ ਅਧਿਆਕਸ਼ ਸੀਗਾ। ਕਮਲਾ ਇਸ ਦੌਰਾਨ 30 ਸਾਲ ਦੀ ਸੀ, ਜਦੋਂ ਕਿ ਉਸ ਦਾ ਇਹ ਫਰੈਂਡ ਕਹਿ ਲਈ ਜਾਂ ਪਤੀ ਕਹਿ ਲਏ ਬਿੱਲੀ ਬਰਾਊਨ 60 ਸਾਲ ਦਾ ਸੀ। ਹਾਲਾਂਕਿ ਉਸ ਦੇ ਦੌਰਾਨ ਤੁਸੀਂ ਵੇਖੋ ਕਿ ਉਮਰਾਂ ਦੇ ਰਿਸ਼ਤੇ ਹੁੰਦੇ ਨੇ, ਅਤੇ ਜਿਸ ਦੌਰਾਨ ਕੈਲੀਫੋਰਨੀਆ ਵਿਧਾਨ ਸਭਾ ਦਾ ਉਹ ਪ੍ਰਧਾਨ ਸੀਗਾ ਅਤੇ 30 ਸਾਲ ਦਾ ਫਰਕ ਸੀ ਦੋਨਾਂ ਦੇ ਉਮਰ ਦੇ ਵਿੱਚ। ਅਤੇ ਇਸ ਦੇ ਬਾਵਜੂਦ ਦੋਨਾਂ ਨੇ 2 ਸਾਲ ਤੱਕ ਇੱਕ ਦੂਸਰੇ ਨਾਲ ਡੇਟ ਕੀਤਾ। ਇੱਕ ਇੰਟਰਵਿਊ ਦੇ ਦੌਰਾਨ ਕਮਲਾ ਨੇ ਬਿੱਲੀ ਦੇ ਨਾਲ ਜਿਹੜੇ ਰਿਸ਼ਤੇ ਸੀ, ਹਾਲਾਂਕਿ ਬਿੱਲੀ ਗੋਰਾ ਨਹੀਂ ਸੀ, ਇਹ ਵੀ ਅਫਰੀਕਨ ਲੱਗਦਾ, ਅਫਰੀਕਨ ਮੂਲ ਦਾ। ਦਰਅਸਲ ਇਸ ਰਿਸ਼ਤੇ ਦੀ ਵਜ੍ਹਾ ਕਰਕੇ ਕਮਲਾ ਨੂੰ ਬਿੱਲੀ ਦੀ ਮਿਸਟਰੇਸ ਤੱਕ ਕਿਹਾ ਗਿਆ। 2020 ਦੇ ਵਿੱਚ ਜਦੋਂ ਕਮਲਾ ਉਪ ਰਾਸ਼ਟਰਪਤੀ ਦੇ ਉਮੀਦਵਾਰ ਚੁਣੀ ਗਈ ਤਾਂ ਸੋਸ਼ਲ ਮੀਡੀਆ ਦੇ ਵਿੱਚ ਇਸ ਨੂੰ ਖੂਬ ਕੋਸਿਆ ਗਿਆ ਅਤੇ ਉਸ ਨੂੰ ਉਸ ਦਾ ਘਰ ਤੋੜਨ ਵਾਲਾ ਕਿਹਾ ਗਿਆ। ਇਸ ਤੋਂ ਪਰੇਸ਼ਾਨ ਹੋ ਕੇ ਬਿੱਲੀ ਬਰਾਊਨ ਨੂੰ ਆਖਰ ਸਫਾਈ ਦੇਣੀ ਪਈ ਕਿ ਦੋਨਾਂ ਦੇ ਰਿਸ਼ਤੇ ਪਾਕ ਪਵਿੱਤਰ ਨੇ। ਬਿੱਲੀ ਆਪਣੀ ਪਤਨੀ ਤੋਂ ਤਲਾਕ ਲੈ ਚੁੱਕੇ ਨੇ। ਹਾਲਾਂਕਿ ਇਸਨੇ ਆਪਣਾ ਬੱਚਾ ਨਹੀਂ ਜੰਮਿਆ ਕਮਲਾ ਨੇ, ਉਹ ਬਿੱਲੀ ਦੇ ਜਿਹੜੇ 2 ਬੱਚੇ ਸੀ ਉਹਨਾਂ ਨੂੰ ਪਾਲਦੀ ਰਹੀ। ਕਮਲਾ ਦੇ ਆਲੋਚਕ ਉਸ ਦਾ ਜਿਹੜਾ ਹੈਗਾ ਪੂਰਾ ਸ਼ੋਸ਼ਣ ਵੀ ਕਰਦੇ ਰਹੇ। ਇਸ ਦੌਰਾਨ 2003 ਦੇ ਵਿੱਚ ਕਮਲਾ ਨੇ ਸਾਨ ਫਰਾਂਸਿਸਕੋ ਦੇ ਜ਼ਿਲ੍ਹਾ ਅਟਾਰਨੀ ਦੀ ਚੋਣ ਲੜੀ, ਅਤੇ ਜਿਸ ਦੌਰਾਨ ਇਹ ਜੋ 7 ਸਾਲ ਪਹਿਲਾਂ ਜੋ ਸਿਲਸਿਲਾ ਸੀਗਾ, ਵਿਰੋਧੀਆਂ ਨੇ 7 ਸਾਲ ਪਹਿਲਾਂ ਖਤਮ ਹੋ ਚੁੱਕੇ ਕਮਲਾ ਅਤੇ ਬਿੱਲੀ ਦੇ ਰਿਸ਼ਤਿਆਂ ਨੂੰ ਪਬਲਿਕ ਕਰ ਦਿੱਤਾ। ਕਮਲਾ ਨੂੰ ਰਾਜਨੀਤੀ ਦੇ ਵਿੱਚ ਮਾਤ ਕਰਨ ਵਾਸਤੇ ਉਸਦੇ ਨਿੱਜੀ ਜੀਵਨ ਨੂੰ ਕੋਰਟ ਤੱਕ ਵੀ ਲੈ ਗਏ। ਹਾਲਾਂਕਿ ਕਮਲਾ ਹੈਰਿਸ ਦੇ ਇੱਕ ਸੈਲੀਬ੍ਰਿਟੀ ਐਂਕਰ ਮੈਟਲ ਵਿਲੀਅਮਸ ਦੇ ਨਾਲ ਵੀ ਤਾਲੁਕਾਤ ਦੱਸੇ ਗਏ ਨੇ। ਹਾਲਾਂਕਿ ਮੈਟਲ ਕਮਲਾ ਦੀ ਪਾਵਰਫੁਲ ਪਰਸਨੈਲਿਟੀ ਦਾ ਮਰੀਦ ਸੀ, ਇਸ ਤੋਂ ਵੱਧ ਕੁਝ ਨਹੀਂ ਸੀ। ਸੋ ਇਸ ਤਰ੍ਹਾਂ ਦਾ ਸਿਲਸਿਲਾ ਕਮਲਾ ਹੈਰਿਸ ਦਾ ਰਿਹਾ। ਸੋ ਜਿਸ ਸਿਲਸਿਲੇ ਵਿੱਚ ਇਹਨੇ ਆਪਣੇ ਜਿਹੜੇ ਬੱਚੇ ਸੀਗੇ, ਜੇ ਕਹਿ ਲਈਏ ਕਿ ਬਿੱਲੀ ਦੇ ਬੱਚੇ ਸੀ, ਉਹਨਾਂ ਨੂੰ ਹੀ ਪਾਲਿਆ, ਆਪਣਾ ਬੱਚੇ ਇਸਨੇ ਪੈਦਾ ਨਹੀਂ ਕੀਤੇ। ਖੈਰ ਇੰਨਾ ਸੰਖੇਪ 'ਚ, ਬਾਕੀ ਕਿਤੇ ਫਿਰ ਗੱਲ ਕਰਾਂਗੇ। ਇਹ ਹੈ ਅਮਰੀਕਨ ਸਦਰ ਡੋਨਾਲਡ ਟਰੰਪ ਅਤੇ ਉਸ ਦੀ ਉਮੀਦਵਾਰ ਕਮਲਾ ਹੈਰਿਸ ਦੀ ਜ਼ਿੰਦਗੀ ਦੇ ਕੁਝ ਖਾਸ ਪੱਖ। ਉਮੀਦ ਹੈ ਤੁਹਾਨੂੰ ਪਸੰਦ ਆਏ ਹੋਣਗੇ। ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ ਸਵੇਰੇ 7:30 ਹੋ ਗਿਆ ਹੁਣ ਸਮਾਂ ਆਪਣਾ, 7:30 ਤੋਂ 9:30, ਅਤੇ ਸ਼ਾਮੀ ਥੋੜ੍ਹਾ ਜਿਹਾ ਫਰਲੋ ਮਾਰਦੇ ਹਾਂ, ਵੀਡੀਓ ਪਾਉਂਦੇ ਹਾਂ। ਬਹੁਤ ਸਾਰੇ ਕਮੈਂਟ ਤੁਹਾਡੇ ਜਿਹੜੇ ਨੇ ਆਏ ਨੇ, ਧੰਨਵਾਦ ਸਭ ਵੀਰਾਂ ਦਾ। ਕਾਲ ਮੈਂ ਹੁਣ ਨਹੀਂ ਲੈ ਸਕਾਂਗਾ, ਮਾਫੀ ਚਾਹਾਂਗਾ, ਸਮਾਂ ਕਾਫੀ ਹੋ ਗਿਆ। ਅਤੇ ਜੇ ਤੁਸੀਂ ਜ਼ਿਆਦਾ ਹੀ ਜ਼ਰੂਰੀ ਸਮਝਦੇ ਹੋ ਤਾਂ ਕਾਲ ਕਰ ਲਓ। ਹਰਜੀਤ ਸਿੰਘ ਸਰਾਂ ਕਹਿੰਦੇ ਇੰਟਰਨੈਸ਼ਨਲ ਭੂੰਡ ਆਸ਼ਿਕ ਹੈ। ਹਾਂ, ਕੋਈ ਦੁਰਾਵਾ ਨਹੀਂ, ਸਭ ਤੋਂ ਬੜਾ ਰੁਪਈਆ ਚੀਮਾ ਸਾਹਿਬ ਨੇ ਲਿਖਿਆ। ਸੋ ਆਪਣੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਵਾਸਤੇ ਅਤੇ ਇਹਨਾਂ ਪ੍ਰੋਗਰਾਮਾਂ ਦਾ ਲਿੰਕ ਮੰਗਵਾਉਣ ਵਾਸਤੇ ਆਪਣਾ ਇੰਡੀਆ ਸਟੂਡੀਓ ਦਾ ਨੰਬਰ 9876309655 9876309655 9876309655। ਸੋ ਇਸ ਦੇ ਨਾਲ ਹੀ ਆਪਣੇ ਦੋਸਤ ਪਰਮਿੰਦਰ ਸਿੰਘ ਟਿਵਾਣਾ ਨੂੰ ਹੁਣ ਇੱਥੇ ਦਿਓ ਆ ਗਿਆ। ਧੰਨਵਾਦ, ਸਤਿ ਸ਼੍ਰੀ ਅਕਾਲ। ਜੁੜੇ ਰਹੋ ਟਿਵਾਣਾ ਰੇਡੀਓ ਦੇ ਨਾਲ।